केयर गिवर प्रोग्राम ਜਿਹੜਾ ਕੈਨੇਡਾ ਦੇ ਵਿੱਚ ਕਾਫੀ ਡਿਮਾਂਡ 'ਚ ਹੈ ਔਰ ਕੈਨੇਡੀਅਨਸ ਵਾਸਤੇ ਕਾਫੀ ਹੈਲਪਫੁਲ ਆ ਬਿਲਕੁਲ ਕਿਉਂਕਿ ਕੁਝ ਇਦਾਂ ਦੇ ਸਰਕਮਸਟੈਂਸਸ ਨੇ ਜਿੱਥੇ ਉਹ ਬੱਚੇ ਜਿਹੜੇ ਆ ਉਹ ਡੇ ਕੇਅਰ 'ਚ ਨਹੀਂ ਭੇਜ ਸਕਦੇ ਜੀ ਜਾਂ ਕੁਝ ਇਦਾਂ ਦੇ ਐਲਡਰਲੀ ਪੇਰੈਂਟਸ ਨੇ ਜਿਨ੍ਹਾਂ ਦੀ ਟੇਕ ਕੇਅਰ ਕਰਨ ਵਾਸਤੇ ਜੋ ਹਸਬੈਂਡ ਵਾਈਫ ਨੇ ਜਾਂ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਦੋਵੇਂ ਜੌਬ ਕਰਦੇ ਨੇ। ਬਿਲਕੁਲ ਸਮੇਂ ਦੀ ਘਾਟ ਹੁੰਦੀ ਹੈ। ਸਮੇਂ ਦੀ ਘਾਟ ਕਰਕੇ ਉਹ ਖੁਦ ਆਪਣਾ ਟਾਈਮ ਨਹੀਂ ਦੇ ਸਕਦੇ ਕਿ ਉਹਨਾਂ ਨੂੰ ਕੋਈ ਨਾ ਕੋਈ ਇੱਕ ਭਰੋਸੇਮੰਦ ਬੰਦਾ ਚਾਹੀਦਾ ਹੈ ਜੀ ਕਿਉਂਕਿ ਬੱਚੇ ਆਪਣੇ ਬੱਚੇ ਵਾਸਤੇ ਪੈਰੈਂਟਸ ਵਾਸਤੇ ਕੋਈ ਵੀ ਰਿਸਕ ਨਹੀਂ ਲੈਂਦਾ। ਜਿਹੜਾ ਇਹ ਪ੍ਰੋਗਰਾਮ ਆ ਜਿਹੜਾ ਇਸ ਵੇਲੇ ਚੱਲ ਰਿਹਾ ਜੀ ਜੇ ਤਾਂ ਕਿਸੇ ਨੇ PR ਦੀ ਤੇ ਵਰਕ ਪਰਮਿਟ ਦੀ ਇਕੱਠੀ ਐਪਲੀਕੇਸ਼ਨ ਲਾਉਣੀ ਹੈ ਓਵਰਸੀਜ਼ ਤੋਂ ਜੀ ਉਹ ਸਬਮਿਟ ਹੋ ਸਕਦੀ ਹੈ ਓਵਰਸੀਜ਼ ਤੋਂ। ਕਿ ਜਿਹੜੇ ਵੀ GNM ਵਾਲੇ ਜਿਹੜੇ ਕੈਂਡੀਡੇਟਸ ਨੇ ਉਹ ਨਾ ਉਮੀਦ ਨਾ ਹੋਣ ਅੱਛਾ ਜੀ ਉਹ ਸਟਿਲ iQuest ਦੇ ਥਰੂ ਆਪਣੀ ਅਸੈਸਮੈਂਟ ਕਰਾ ਕੇ ਤੇ ਐਪਲੀਕੇਸ਼ਨ 'ਚ ਪ੍ਰੋਸੈਸ ਕਰਾ ਸਕਦੇ ਨੇ। ਉਹਦਾ ਯੈਸ ਇੱਕ ਡਰਾਬੈਕ ਹੈਗਾ iQuest ਦਾ ਕਿ ਪ੍ਰੋਸੈਸਿੰਗ ਟਾਈਮ ਜਿਹੜਾ iQuest ਦਾ ਉਹ ਥੋੜਾ ਜਿਹਾ ਲੰਬਾ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਅੱਜ ਦਾ ਪ੍ਰੋਗਰਾਮ ਐਡਮਿੰਟਡ ਆਈ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਜਦੋਂ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਇੱਕ ਬੜੀ ਅਹਿਮ ਕੈਟੇਗਰੀ ਹੈ ਕੇਅਰ ਗਿਵਰ ਕੈਟੇਗਰੀ। ਜੂਨ 2019 ਤੋਂ ਬਾਅਦ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਕਈ ਤਬਦੀਲੀਆਂ ਕੀਤੀਆਂ ਗਈਆਂ। ਉਹ ਤਬਦੀਲੀਆਂ ਕੀ ਹਨ, ਜਿਹੜੇ ਕੇਅਰ ਗਿਵਰ ਵਰਕਰਸ ਨੇ ਉਹਨਾਂ ਨੂੰ ਕੀ ਦਿੱਕਤਾਂ ਆ ਰਹੀਆਂ ਹਨ, ਇਸ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਹੈ, ਇਸ ਬਾਬਤ ਗੱਲਬਾਤ ਕਰਨ ਲਈ ਅੱਜ ਅਸੀਂ ਐਡਮਿੰਟਨ ਸ਼ਹਿਰ ਦੀ ਜਾਣੀ ਪਛਾਣੀ ਇਮੀਗ੍ਰੇਸ਼ਨ ਕੰਪਨੀ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੇ ਐਕਸਪਰਟ ਸਰਦਾਰ ਕਵਲਜੀਤ ਸਿੰਘ ਨੂੰ ਬੁਲਾਇਆ ਹੈ। ਆਓ ਜੀ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਭਾਜੀ ਬਹੁਤ ਬਹੁਤ ਸਵਾਗਤ ਹੈ ਜੀ ਦਾ। ਧੰਨਵਾਦ ਮਨਜੀਤ ਜੀ ਤੇ ਪੰਜਾਬੀ ਨੈਸ਼ਨਲ ਦੇ ਸਾਰੇ ਵਿਊਵਰਸ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਭਾਜੀ, ਜਿਵੇਂ ਅਸੀਂ ਸ਼ੁਰੂਆਤ ਇਹੀ ਗੱਲ ਕੀਤੀ ਸੀ ਕਿ ਕੋਵਿਡ ਨੇ ਸਾਰੀਆਂ ਇੰਡਸਟਰੀਜ਼ ਨੂੰ ਪ੍ਰਭਾਵਿਤ ਕੀਤਾ ਹੈ। ਸੋ ਇਮੀਗ੍ਰੇਸ਼ਨ ਇੰਡਸਟਰੀ ਜਿਹੜੀ ਆ ਉਹ ਵੀ ਅਛੂਤੀ ਨਹੀਂ ਹੈ। ਸੋ ਕੀ ਪ੍ਰਭਾਵ ਪਏ ਨੇ? ਜੇ ਆਪਾਂ ਇਮੀਗ੍ਰੇਸ਼ਨ ਨੂੰ ਵੀ ਆਪਾਂ ਦੇਖੀਏ ਤੇ ਦੋ ਤਰੀਕਿਆਂ ਦੇ ਨਾਲ ਇਹਦਾ ਪ੍ਰਭਾਵ ਆ। ਇੱਕ ਬਿਜ਼ਨਸ ਇਮੀਗ੍ਰੇਸ਼ਨ ਬਿਜ਼ਨਸ ਦੇ ਉੱਤੇ ਜਿਹੜਾ ਪ੍ਰਭਾਵ ਆ ਔਰ ਇੱਕ ਜਿਹੜੇ ਇਮੀਗ੍ਰੈਂਟਸ ਇੱਥੇ ਆਉਣਾ ਚਾਹੁੰਦੇ ਨੇ ਉਹਨਾਂ ਦੇ ਉੱਤੇ ਜਿਹੜਾ ਪ੍ਰਭਾਵ ਆ। ਬਿਲਕੁਲ ਡੈਫੀਨੇਟਲੀ ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਪਿਛਲੇ ਸਾਲ ਮਾਰਚ ਤੋਂ ਨੇ ਉਹਦੇ ਵਿੱਚ ਕਾਫੀ ਸਾਰੇ ਜਿਹੜੇ ਵਰਕਰਸ ਨੇ ਜਾਂ PR ਜਿਨ੍ਹਾਂ ਦੀ ਅਪਰੂਵ ਹੋ ਚੁੱਕੀ ਹੈ ਜਿਨ੍ਹਾਂ ਨੇ ਇੱਥੇ ਆਉਣਾ ਸੀਗਾ ਸੋ ਉਹ ਰਿਸਟ੍ਰਿਕਸ਼ਨਸ ਕਰਕੇ ਆ ਨਹੀਂ ਪਾ ਰਹੇ। ਸਟੂਡੈਂਟਸ ਜਿਹੜੇ ਨੇ ਉਹ ਉਹਨਾਂ ਦੀਆਂ ਐਪਲੀਕੇਸ਼ਨ ਜਿਹੜੀਆਂ ਸਾਰੀਆਂ ਡਿਲੇ ਹੋ ਰਹੀਆਂ ਨੇ ਸੋ ਉਹ ਸਾਰੇ ਸਟਕ ਨੇ ਜਿਹਦੇ ਕਰਕੇ ਦੋ ਹੌਲੀ ਜਿਹੜੇ ਆਫਿਸਿਸ ਨੇ ਓਪਨ ਹੋ ਰਹੇ ਨੇ ਜੀ ਐਂਡ ਸਟੂਡੈਂਟਸ ਐਂਡ ਵਰਕਰ ਦੇ ਸਟਾਰਟਡ ਬਟ ਸਟਿਲ ਜਿਹੜੀ ਉਹਨਾਂ ਦੀ ਲਿਮਟਿਡ ਐਕਸੈਸ ਆ ਉਹਨਾਂ ਦੀ ਜਿਹੜੀ ਪ੍ਰੋਸੈਸਿੰਗ ਵੀ ਲਿਮਟਿਡ ਹੋ ਰਹੀ ਆ। ਸੋ ਜਿਹਦੇ ਕਰਕੇ ਜਿਹੜੇ ਇਮੀਗ੍ਰੈਂਟਸ ਜਾਂ ਸਟੂਡੈਂਟ ਵਰਕਰ ਕੈਨੇਡਾ 'ਚ ਆਉਣਾ ਚਾਹੁੰਦੇ ਨੇ ਉਹਨਾਂ 'ਤੇ ਤਾਂ ਪ੍ਰਭਾਵ ਹੈ ਹੀ ਹੈ ਜੀ, ਉਹ ਤਾਂ ਘਟਿਆ ਹੀ ਆ। ਜਿਹੜੀ ਇਮੀਗ੍ਰੇਸ਼ਨ ਇੰਡਸਟਰੀ ਦਾ ਇੱਥੇ ਕੈਨੇਡਾ ਦੇ ਵਿੱਚ ਬਿਜ਼ਨਸ ਹੈ ਉਹਦੇ 'ਤੇ ਵੀ ਇਹਨਾਂ ਕੰਪਨੀਜ਼ ਦੇ ਉੱਤੇ ਕਾਫੀ ਪ੍ਰਭਾਵ ਪਿਆ ਹੈ ਜਿਨ੍ਹਾਂ ਦੇ ਰੈਵਨਿਊਜ਼ ਡੈਫੀਨੇਟਲੀ ਕਾਫੀ ਜ਼ਿਆਦਾ ਡਾਊਨ ਆਏ ਹਨ। ਬਿਲਕੁਲ ਕੁਝ EMPLOYEES ਜਿਨ੍ਹਾਂ ਨੇ ਆਲਰੇਡੀ ਟ੍ਰੇਨ ਕਿਉਂਕਿ ਇਸ ਇੰਡਸਟਰੀ ਦੇ ਵਿੱਚ ਜਿਹੜੇ EMPLOYEES ਵੀ ਚਾਹੀਦੇ ਨੇ ਉਹ ਇੱਕ ਜ਼ੀਰੋ ਟੋਲਰੈਂਸ ਆਈ ਬਿਲੀਵ ਇਨ ਜ਼ੀਰੋ ਟੋਲਰੈਂਸ ਕਿ ਵੀ ਉਹਦੇ 'ਚ ਕੋਈ ਗਲਤੀ ਦੀ ਗੁੰਜਾਇਸ਼ ਨਹੀਂ ਹੈਗੀ ਕਿਉਂਕਿ ਇਸ ਇੰਡਸਟਰੀ ਦੇ ਵਿੱਚ ਜਿਹੜਾ ਕੰਮ ਕਰਨਾ ਆ ਕਿਸੇ ਦੀ ਹਾਰਡ ਐਂਡ ਮਨੀ ਵਿੱਚ ਜੁੜੀ ਹੋਈ ਆ। ਉਹਦੇ ਪੇਰੈਂਟਸ ਦੇ ਜਿਹੜੇ ਆ ਸੁਪਨੇ ਹੁੰਦੇ ਆ, ਫਿਊਚਰ ਹੁੰਦਾ ਬਿਲਕੁਲ, ਬੱਚਿਆਂ ਦੇ ਕੈਰੀਅਰਸ ਜਾਂ ਜਿਹੜੇ ਵੀ ਕੋਈ ਇਮੀਗ੍ਰੈਂਟਸ ਜਾਂ ਸਟੂਡੈਂਟ ਨੇ ਸੋ ਇੱਥੇ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ। ਸੋ ਸਾਡੇ ਲਈ ਵੀ ਬੜਾ ਹਾਰਡ ਹੋਇਆ ਪਿਆ ਕਿ ਉਹ ਟ੍ਰੇਨਡ EMPLOYEE ਨੂੰ ਰਿਟੇਨ ਕਰਨਾ ਔਰ ਸਿਸਟਮ ਨੂੰ ਮੇਨਟੇਨ ਕਰਨਾ। ਡੈਫੀਨੇਟਲੀ ਇਹਦਾ ਇੱਕ ਆਪਾਂ ਕਹੀਏ ਤੇ ਦੋਵਾਂ ਚੀਜ਼ਾਂ ਦੇ ਉੱਤੇ ਇੱਕ ਕਾਫੀ ਵੱਡਾ ਪ੍ਰਭਾਵ ਹੈ। ਬਟ ਅਗਰ ਅਸੀਂ ਦੇਖਿਆ ਜਾਵੇ ਇਮੀਗ੍ਰੇਸ਼ਨ ਮਿਨਿਸਟਰਸ ਦੀਆਂ ਜੋ ਅਨਾਊਂਸਮੈਂਟ ਹਨ ਜਾਂ ਕੈਨੇਡਾ ਦਾ ਆਪਾਂ ਸਟੈਟ ਦੇਖੀਏ ਕਿ ਆਉਣ ਵਾਲੇ ਜਿਹੜੇ 2-3 ਸਾਲ ਹਨ ਉਹਨਾਂ ਦੇ ਵਿੱਚ ਜਿਹੜੇ ਨੰਬਰਸ ਪ੍ਰੋਜੈਕਟਡ ਹਨ ਉਹ ਕਾਫੀ ਹਾਈ ਨੰਬਰਸ ਹਨ। ਸੋ ਜਿਹੜੀ ਕਿਉਂਕਿ ਸਰਵਾਈਵਲ ਹੀ ਤਾਂ ਹੈ ਜੇ ਇਮੀਗ੍ਰੈਂਟਸ ਆਉਣਗੇ। ਸੋ ਜਿਹੜਾ ਅਗਲਾ ਇਕਨੋਮਿਕ ਪਲਾਨ ਹੈ ਉਹਦੇ ਅਕੋਰਡਿੰਗਲੀ ਇਮੀਗ੍ਰੇਸ਼ਨ ਦੀ ਜਿਹੜੀ ਨੈਕਸਟ ਈਅਰ ਇਸ ਸਾਲ ਦੀ ਜਿਹੜੀ ਆ ਉਹ 400,000 ਐਂਡ so on adding for next 10,000 ਐਡ ਕਰੀ ਜਾਂਦੀ ਉਹਦੇ ਵਿੱਚ। ਬਿਲਕੁਲ so it seems good but definitely due to COVID it's little impact is there। ਬਿਲਕੁਲ yeah ਤੇ ਸਰਦਾਰ ਕਵਲ ਸਿੰਘ ਜੀ ਜਿਵੇਂ ਗੱਲ ਕਰ ਰਹੇ ਸੀਗੇ
ਸਾਨੂੰ ਵੀ ਕਾਫੀ ਫੋਨ ਕਾਲਸ ਆਉਂਦੀਆਂ ਨੇ, ਮੈਸੇजेस ਆ ਰਹੇ ਨੇ। ਇੱਕ ਖਾਸ ਕੈਟੇਗਰੀ ਹੈ ਇਮੀਗ੍ਰੇਸ਼ਨ ਦੇ ਵਿੱਚ, ਕੇਅਰ ਗਿਵਰ ਕੈਟੇਗਰੀ। ਹਾਂਜੀ, ਇਹਨਾਂ ਨੂੰ ਕੋਵਿਡ ਦੇ ਕਾਰਨ ਕਾਫੀ ਸਮੱਸਿਆਵਾਂ ਆ ਰਹੀਆਂ ਨੇ। ਮੈਨੂੰ ਲੱਗਦਾ ਵੀ ਜਿੰਨੀਆਂ ਵੀ ਇੱਥੇ ਸਾਡੇ ਇਮੀਗ੍ਰੇਸ਼ਨ ਕੈਟੇਗਰੀਜ਼ ਨੇ, ਸਭ ਤੋਂ ਵੱਧ ਪ੍ਰਭਾਵਿਤ ਉਹ ਹੋਏ ਨੇ। ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀ ਕੇਅਰ ਗਿਵਰ ਕੈਟੇਗਰੀ ਹੈ ਐਗਜ਼ੈਕਟਲੀ ਹੈ ਕੀ ਹੈ? ਮਨਜੀਤ ਜੀ, ਬਹੁਤ ਵਧੀਆ ਸਵਾਲ ਤੁਹਾਡਾ। ਇਸ ਤੋਂ ਪਹਿਲਾਂ ਮੈਂ ਕਹਿਣਾ ਚਾਹੂੰਗਾ ਕਿ ਜਿਹੜਾ ਸਭ ਤੋਂ ਵੱਧ ਪ੍ਰਭਾਵ ਪਿਆ ਵਾ ਜੀ, ਉਹ ਵਾਕਈ ਹੀ ਕੇਅਰ ਗਿਵਰਸ ਜਿਹੜੇ ਕੈਨੇਡਾ ਦੇ ਵਿੱਚ ਇਸ ਵੇਲੇ ਟੈਂਪਰੇਰੀ ਫੋਰਨ ਵਰਕਰ ਹਨ ਜੀ, ਉਹਨਾਂ ਤੇ ਹੈ। ਸੋ ਆਪਾਂ ਜੇ ਗੱਲ ਕਰੀਏ ਕਿ ਕੇਅਰ ਗਿਵਰ ਜਿਹੜਾ ਪ੍ਰੋਗਰਾਮ ਹੈ, ਕੇਅਰ ਗਿਵਰ ਪ੍ਰੋਗਰਾਮ ਜਿਹੜਾ ਕੈਨੇਡਾ ਦੇ ਵਿੱਚ ਕਾਫੀ ਡਿਮਾਂਡ 'ਚ ਹੈ ਔਰ ਕੈਨੇਡੀਅਨਸ ਵਾਸਤੇ ਇੱਕ ਕਾਫੀ ਹੈਲਪਫੁਲ ਆ। ਬਿਲਕੁਲ, ਕਿਉਂਕਿ ਕੁਝ ਇਦਾਂ ਦੇ ਸਰਕਮਸਟੈਂਸਸ ਨੇ ਜਿੱਥੇ ਉਹ ਬੱਚੇ ਜਿਹੜੇ ਆ ਉਹ ਡੇ ਕੇਅਰ 'ਚ ਨਹੀਂ ਭੇਜ ਸਕਦੇ ਜੀ, ਜਾਂ ਕੁਝ ਇਦਾਂ ਦੇ ਐਲਡਰਲੀ ਪੇਰੈਂਟਸ ਨੇ ਜਿਨ੍ਹਾਂ ਦੀ ਟੇਕ ਕੇਅਰ ਕਰਨ ਵਾਸਤੇ ਜੋ ਹਸਬੈਂਡ ਵਾਈਫ ਨੇ ਜਾਂ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਦੋਵੇਂ ਜੌਬ ਕਰਦੇ ਨੇ। ਬਿਲਕੁਲ, ਸਮੇਂ ਦੀ ਘਾਟ ਹੁੰਦੀ ਹੈ। ਸਮੇਂ ਦੀ ਘਾਟ ਕਰਕੇ ਉਹ ਖੁਦ ਆਪਣਾ ਟਾਈਮ ਨਹੀਂ ਦੇ ਸਕਦੇ ਕਿ ਉਹਨਾਂ ਨੂੰ ਕੋਈ ਨਾ ਕੋਈ ਇੱਕ ਭਰੋਸੇਮੰਦ ਬੰਦਾ ਚਾਹੀਦਾ ਹੈ ਜੀ, ਕਿਉਂਕਿ ਬੱਚੇ ਆਪਣੇ ਬੱਚੇ ਵਾਸਤੇ ਤੇ ਪੈਰੈਂਟਸ ਵਾਸਤੇ ਕੋਈ ਵੀ ਰਿਸਕ ਨਹੀਂ ਲੈਂਦਾ। ਬਿਲਕੁਲ। ਸੋ ਇੱਕ ਭਰੋਸੇਮੰਦ ਬੰਦਾ ਚਾਹੀਦਾ ਹੈ ਕਿ ਜਿਹੜਾ ਉਹਨਾਂ ਦੀ ਐਬਸੈਂਸ ਦੇ ਵਿੱਚ ਲੁੱਕ ਆਫਟਰ ਕਰ ਸਕੇ। ਸੋ ਇਹ ਜਿਹੜਾ ਪ੍ਰੋਗਰਾਮ ਹੈ ਕੈਨੇਡਾ ਦੇ ਵਿੱਚ, ਇਹ ਜਿਹੜੇ ਬੱਚੇ ਨੇ ਚਾਈਲਡ ਕੇਅਰ ਵਾਸਤੇ ਪਲੱਸ ਐਲਡਰਲੀ ਏਜ ਜਾਂ ਕੁਝ ਵੀ ਕੈਨ ਸੇ ਡਿਸੇਬਲਡ ਪਰਸਨ ਦੀ ਕੇਅਰ ਵਾਸਤੇ ਇਹ ਪ੍ਰੋਗਰਾਮ ਹੈ ਜੀ। ਠੀਕ ਹੈ ਜੀ। ਤੇ ਜਦੋਂ ਇਹ ਭਾਜੀ ਅਸੀਂ ਕੇਅਰ ਗਿਵਿੰਗ ਪ੍ਰੋਗਰਾਮ ਦੀ ਗੱਲ ਕਰਦੇ ਹਾਂ, ਇਹਦੇ ਵਾਸਤੇ ਵਰਕ ਪਰਮਿਟ ਵੀ ਹੁੰਦਾ ਵਾ। ਉਸ ਵਰਕ ਪਰਮਿਟ ਦੀਆਂ ਜਿੱਦਾਂ ਐਲੀਜੀਬਿਲਟੀਜ਼ ਕੀ ਹੁੰਦੀਆਂ ਨੇ? ਇਹਦੇ ਵਿੱਚ ਪਿਛਲੇ 1.5 ਸਾਲ ਤੋਂ ਕਾਫੀ ਵੱਡੀ ਤਬਦੀਲੀ ਆਈ ਆ ਜੀ। ਸੋ ਮੈਂ ਤੁਹਾਡੇ ਨਾਲ ਪਹਿਲਾਂ ਉਹ ਸ਼ੇਅਰ ਕਰਨੀ ਚਾਹੂੰਗਾ ਕਿ ਉਹ ਤੋਂ ਤੁਹਾਨੂੰ ਇੱਕ ਆਈਡੀਆ ਹੋਊਗਾ। ਸੋ ਜੂਨ 2019 ਤੋਂ ਪਹਿਲਾਂ ਜਿਹੜੀ ਇੱਕ ਐਪਲੀਕੇਸ਼ਨ ਹੁੰਦੀ ਸੀਗੀ ਜੀ, ਜਿਹਦੇ ਵਿੱਚ ਕੇਅਰ ਗਿਵਰ ਪਹਿਲਾਂ ਕੈਨੇਡਾ ਦੇ ਵਿੱਚ ਆ ਕੇ ਵਰਕ ਪਰਮਿਟ ਤੇ ਆਉਂਦਾ ਸੀਗਾ ਜਾਂ ਆਉਂਦੀ ਸੀਗੀ ਜੀ। ਸੋ ਉਹ ਆ ਕੇ ਇੱਥੇ ਉਸ ਤੋਂ ਬਾਅਦ ਉਹਨਾਂ ਨੂੰ 2 ਸਾਲ ਦਾ ਕੰਮ ਕਰਕੇ ਫਿਰ ਉਹ PR ਲਾਉਂਦੇ ਸੀਗੇ। ਠੀਕ ਹੈ ਜੀ। ਐਂਡ ਵਰਕ ਪਰਮਿਟ ਲੈਣ ਵਾਸਤੇ ਜਿਹੜਾ EMPLOYER ਆ ਉਹਨੂੰ ਸਰਵਿਸ ਕੈਨੇਡਾ ਤੋਂ ਪਹਿਲਾਂ LMIA ਅਪਰੂਵ ਕਰਾਉਣੀ ਪੈਂਦੀ ਸੀਗੀ। ਸੋ LMIA ਅਪਰੂਵ ਹੋਣ ਤੋਂ ਬਾਅਦ ਵਰਕ ਪਰਮਿਟ ਅਪਰੂਵ ਹੁੰਦਾ ਸੀਗਾ। ਠੀਕ ਹੈ ਜੀ। ਉਸ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਦਿੱਕਤਾਂ ਦੇਖੀਆਂ ਗਈਆਂ ਸੀਗੀਆਂ ਕਿ ਜਦੋਂ ਕੇਅਰ ਗਿਵਰ ਆਪਣਾ ਐਕਸਪੀਰੀਅੰਸ ਤਾਂ ਪੂਰਾ ਕਰ ਲੈਂਦੇ ਸੀਗੇ ਜੀ, ਪਰ ਪਤਾ ਲੱਗਦਾ ਸੀਗਾ ਕਿ ਉਹ ਆਇਲਸ ਦੇ ਜੋ ਰਿਕੁਆਇਰਮੈਂਟ ਹੈ ਉਹਦੇ ਕੈਪੇਬਲ ਨਹੀਂ ਹੈਗੇ ਜਾਂ ਉਹਨਾਂ ਦੀ ਐਜੂਕੇਸ਼ਨ ਜੋ PR ਲੈਣ ਲਈ ਨਹੀਂ ਹੈਗੀ। ਸੋ 2019 ਦੇ ਵਿੱਚ ਬੜੀ ਇੱਕ ਵਧੀਆ ਚੇਂਜ ਲਿਆਂਦੀ ਗਈ ਆ, ਜਿਹਦੇ ਵਿੱਚ ਕੇਅਰ ਗਿਵਰ ਪਹਿਲੇ ਦਿਨ ਹੀ ਜਦੋਂ ਉਹਨੇ ਅਪਲਾਈ ਕਰਨਾ ਹੈ ਉਹਦੇ ਵਰਕ ਪਰਮਿਟ ਦੇ ਨਾਲ ਨਾਲ ਉਹਨੇ PR ਦੀ ਐਲੀਜੀਬਿਲਿਟੀ ਸਾਰੀ ਮੀਟ ਕਰਨੀ ਆ। ਸੋ ਕਹਿਣ ਦਾ ਮਤਲਬ ਵੀ ਦੋਨੋਂ ਐਪਲੀਕੇਸ਼ਨ ਇਕੱਠੀਆਂ ਚੱਲਣਗੀਆਂ ਸਾਈਡ ਬਾਈ ਸਾਈਡ। ਹਾਂਜੀ, ਸੋ ਉਹ ਇੱਕੋ ਪੈਕੇਟ ਦੇ ਵਿੱਚ PR ਦੀ ਐਪਲੀਕੇਸ਼ਨ ਤੇ ਵਰਕ ਪਰਮਿਟ ਦੀ ਐਪਲੀਕੇਸ਼ਨ ਜਿਹੜੀ ਆ ਉਹ ਜਾਊਗੀ। ਉਹਦੀ ਅਸੈਸਮੈਂਟ ਹੋਊਗੀ, ਪਹਿਲੇ ਦਿਨ ਹੀ ਉਹਦੀ ਅਸੈਸਮੈਂਟ ਹੋ ਜਾਣੀ ਹੈ ਕਿ ਹਾਂ ਇਹਦੀ PR ਦੀ ਐਲੀਜੀਬਿਲਿਟੀ ਪੂਰੀ ਆ ਜੀ, ਹੁਣ ਇਹਨੂੰ ਵਰਕ ਪਰਮਿਟ ਦਿੱਤਾ ਜਾ ਸਕਦਾ। ਠੀਕ ਹੈ ਜੀ। ਤਾਂ ਕਿ ਉਹ ਇੱਥੇ ਆਉਣ ਤੋਂ ਬਾਅਦ ਐਕਸਪਲੋਇਟ ਨਾ ਹੋਣ ਜਾਂ ਖਰਾਬ ਨਾ ਹੋਣ। ਸੋ ਉਹਦੇ ਨਾਲ ਨਾਲ ਜੂਨ 2019 ਚ ਇੱਕ ਹੋਰ ਬੜੀ ਵਧੀਆ ਐਡੀਸ਼ਨ ਕੀਤੀ ਗਈ ਸੀਗੀ ਜੀ। ਪਹਿਲਾਂ ਕੀ ਸੀਗਾ ਕਿ ਕੇਅਰ ਗਿਵਰ ਆਉਂਦਾ ਸੀਗਾ ਤੇ ਉਹ ਆਪਣੇ ਹਸਬੈਂਡ ਨੂੰ ਜਾਂ ਬੱਚਿਆਂ ਨੂੰ ਨਹੀਂ ਸੀ ਬੁਲਾ ਸਕਦਾ। ਠੀਕ ਹੈ ਜੀ। ਸੋ 2019 ਜੂਨ ਤੋਂ ਬਾਅਦ ਉਹਨਾਂ ਨੇ ਇੱਕ ਐਡੀਸ਼ਨ ਕਰਤਾ ਕਿ ਵੀ ਕੇਅਰ ਗਿਵਰ ਆਪ ਤਾਂ ਵਰਕ ਪਰਮਿਟ ਤੇ ਆਉਣਾ ਹੀ ਆ, ਨਾਲ ਉਹ ਆਪਣੇ ਸਪਾਊਸ ਨੂੰ ਜੀ ਇੱਥੇ 3 ਸਾਲ ਦੇ ਵਰਕ ਪਰਮਿਟ ਤੇ ਉਹ ਨਾਲ ਇਕੱਠੇ ਆ ਸਕਦੇ। ਜਿਹੜੇ ਉਹਨਾਂ ਦੇ ਬੱਚੇ ਸਕੂਲ ਗੋਇੰਗ ਆ ਜੀ, ਉਹ ਬੱਚੇ ਵੀ ਸਟੱਡੀ ਕਰਨ ਲਈ ਸਟੱਡੀ ਪਰਮਿਟ ਤੇ ਇੱਥੇ ਆ ਸਕਦੇ ਨੇ ਜੀ। ਸੋ ਸਪਾਊਸ ਦਾ ਜਿਹੜਾ ਪਰਮਿਟ ਆ ਉਹ ਓਪਨ ਵਰਕ ਪਰਮਿਟ ਹੁੰਦਾ। ਹਾਂਜੀ। ਸੋ ਆਪਾਂ ਇਹਦੇ ਤੇ ਗੱਲ ਕਰਦੇ ਹਾਂ, ਜਿਹੜੇ ਤੇ ਕੇਅਰ ਗਿਵਰ ਦਾ ਵਰਕ ਪਰਮਿਟ ਆ ਇਹਦੇ 'ਚ ਵੀ ਤਬਦੀਲੀ ਲਿਆਂਦੀ ਗਈ। ਪਹਿਲਾਂ ਜਿਹੜਾ ਕੇਅਰ ਗਿਵਰ ਦਾ ਵਰਕ ਪਰਮਿਟ ਸੀਗਾ ਉਹ ਇੱਕ ਰੈਸਟ੍ਰਿਕਟਡ ਕਲੋਜ਼ਡ ਵਰਕ ਪਰਮਿਟ ਸੀਗਾ। ਠੀਕ ਹੈ ਜੀ। ਉਸ ਰੂਲਸ ਦੇ ਅਧੀਨ ਜਿਹੜਾ ਕੇਅਰ ਗਿਵਰ ਆ ਉਹ ਸਿਰਫ ਉਸੇ EMPLOYER ਲਈ ਕੰਮ ਕਰ ਸਕਦਾ ਜਿਹਦੇ ਲਈ ਉਹਨੂੰ ਵਰਕ ਪਰਮਿਟ ਮਿਲਿਆ। ਠੀਕ ਹੈ ਜੀ। ਪਰ ਜਿਹੜਾ ਇਹ ਨਵਾਂ ਪ੍ਰੋਗਰਾਮ ਇੰਟਰੋਡਿਊਸ ਕੀਤਾ ਗਿਆ, ਸੋ ਕੇਅਰ ਗਿਵਰ ਕਿਤੇ ਵੀ ਕੰਮ ਕਰ ਸਕਦਾ, ਪਰ ਕਰਨਾ ਐਜ਼ ਅ ਕੇਅਰ ਗਿਵਰ ਹੀ ਪਊਗਾ। ਠੀਕ ਹੈ ਜੀ। ਜ਼ਰੂਰੀ ਨਹੀਂਗਾ ਕਿ ਇੱਕ EMPLOYER ਲਈ ਉਹ ਆਇਆ ਤੇ ਉਸੇ EMPLOYER ਲਈ ਕਰਨਾ। ਐਂਡ ਡਿਊਰੇਸ਼ਨ ਜਿਹੜੀ ਇਸ ਵਰਕ ਪਰਮਿਟ ਦੀ ਹੋਊਗੀ ਉਹ 3 ਸਾਲ ਹੋਊਗੀ। ਅੱਛਾ ਜੀ। ਐਂਡ ਜਿਹੜਾ ਸਪਾਊਸ ਹੋਊਗਾ ਉਹਨੂੰ ਓਪਨ ਵਰਕ ਪਰਮਿਟ ਦਿੱਤਾ ਜਾਊਗਾ। ਉਹ ਓਪਨ ਵਰਕ ਪਰਮਿਟ ਤੇ ਕਿਤੇ ਵੀ ਕੋਈ ਵੀ ਕੰਮ ਕਰ ਸਕਦਾ, ਉਹਦੇ ਲਈ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਠੀਕ ਹੈ ਜੀ। ਸੋ ਉਹਨੂੰ ਵੀ 3 ਸਾਲ ਦਾ ਵਰਕ ਪਰਮਿਟ ਹੋਊਗਾ। ਬੱਚੇ ਜਿਹੜੇ ਹੋਣਗੇ ਉਹਨਾਂ ਦੇ ਸਕੂਲ ਗੋਇੰਗ, ਉਹਨਾਂ ਨੂੰ 3-3 ਸਾਲ ਦਾ ਸਟੱਡੀ ਪਰਮਿਟ ਮਿਲੂਗਾ ਜੀ। ਸੋ ਜਿਵੇਂ ਤੁਸੀਂ ਦੱਸਿਆ ਵੀ ਜੂਨ 2019 ਦੇ ਵਿੱਚ ਤਬਦੀਲੀਆਂ ਆਈਆਂ,
ਉਸ ਤੋਂ ਪਹਿਲਾਂ ਵੀ ਇਹ ਜਿਹੜਾ ਵਰਕ ਪਰਮਿਟ ਸੀ ਜਾਂ ਜਿਹੜਾ ਓਪਨ ਵਰਕ ਪਰਮਿਟ ਸੀ 2 ਸਾਲ ਦਾ ਸੀਗਾ ਜਾਂ 3 ਸਾਲ ਦਾ ਸੀਗਾ? ਉਸ ਤੋਂ ਪਹਿਲਾਂ ਜਿਹੜਾ ਸੀਗਾ ਉਹ ਓਪਨ ਨਹੀਂ ਸੀਗਾ। ਅੱਛਾ ਜੀ। LMIA ਬੇਸਡ ਕਲੋਜ਼ਡ ਵਰਕ ਪਰਮਿਟ, ਜਿਹੜਾ ਰਿਸਟ੍ਰਿਕਟ ਵਰਕ ਪਰਮਿਟ ਆਪਾਂ ਕਹਿ ਦਿੰਦੇ, ਉਹ 2 ਸਾਲ ਦਾ ਇਸ਼ੂ ਹੁੰਦਾ ਸੀਗਾ। ਠੀਕ ਹੈ ਜੀ। ਐਂਡ 2 ਸਾਲ ਦੇ ਹੀ ਉਹਨਾਂ ਨੇ ਪੇਚੈਕ ਕੰਪਲੀਟ ਕਰਨੇ ਹੁੰਦੇ ਸੀਗੇ। ਜਦੋਂ ਉਹ ਕੰਪਲੀਟ ਹੋ ਗਏ ਫਿਰ ਉਹ PR ਲਈ ਐਲੀਜੀਬਲ ਹੋ ਜਾਂਦੇ ਸੀ, ਅਗਰ ਉਹ ਰਿਕੁਆਇਰਮੈਂਟ ਪੂਰੀ ਹੁੰਦੀ ਸੀ। ਸੋ ਮਨਜੀਤ ਜੀ, ਉੱਥੇ ਪ੍ਰੋਬਲਮ ਇਹ ਆਉਂਦੀ ਸੀਗੀ, ਮੰਨ ਲਓ ਕਿਸੇ ਨੂੰ 2 ਸਾਲ ਦਾ ਵਰਕ ਪਰਮਿਟ ਮਿਲਿਆ, ਅਜੇ ਵੀ ਉਹੋ ਜਿਹੇ ਕੇਸ ਜਿਹੜੇ ਨੇ ਪੁਰਾਣੇ ਅਜੇ ਹੈਗੇ ਨੇ। ਸੋ 2 ਸਾਲ ਦਾ ਵਰਕ ਪਰਮਿਟ ਮਿਲਿਆ ਜੀ, 2 ਸਾਲ ਉਹਨਾਂ ਨੂੰ ਕੰਮ ਕਰਦਿਆਂ ਨੂੰ ਪੂਰੇ ਹੋ ਗਏ। ਐਂਡ ਜਦੋਂ PR ਲਾਉਣੀ ਆ ਉਹਨਾਂ ਨੇ, ਉਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਤਾਂ 1 ਸਾਲ ਦੀ ਐਜੂਕੇਸ਼ਨ 12ਵੀਂ ਤੋਂ ਬਾਅਦ ਚਾਹੀਦੀ ਸੀਗੀ, ਜਿਹੜੀ ਉਹਨਾਂ ਕੋਲ ਹੈ ਨਹੀਂ। ਬਿਲਕੁਲ। ਉਸ ਤੋਂ ਬਾਅਦ ਉਦੋਂ ਇਹਨਾਂ ਨੂੰ ਇਹ ਵੀ ਹੁੰਦਾ ਕਿ ਸੀ ਲੈਂਗੁਏਜ IELTS ਦੀ ਵੀ ਇੰਨੀ ਰਿਕੁਆਇਰਮੈਂਟ ਆ। ਹੁਣ ਉਧਰੋਂ ਵਰਕ ਪਰਮਿਟ ਵੀ ਖਤਮ ਹੋਣ ਵਾਲਾ ਹੈ, ਐਜੂਕੇਸ਼ਨ ਵੀ ਨਹੀਂ ਹੈਗੀ। ਐਂਡ ਜਦੋਂ ਖਤਮ ਹੋ ਗਿਆ ਉਸ ਤੋਂ ਬਾਅਦ ਫਿਰ ਉਹ, ਜੇ ਉਹਨਾਂ ਨੂੰ ਕੋਈ ਫਰਦਰ EMPLOYER ਨਹੀਂ ਲੱਭਦਾ, ਉਹਨਾਂ ਲਈ ਕੋਈ PR ਦਾ ਪਾਥਵੇ ਨਹੀਂ ਹੈਗਾ ਜੀ। ਉਹਨਾਂ ਕੋਲ ਐਜੂਕੇਸ਼ਨ ਜਿਹੜੀ ਆ ਉਹ IELTS ਜਿਹੜੀ ਸਟੱਡੀ ਆ ਰਿਕੁਆਇਰਮੈਂਟ ਪੋਸਟ ਸੈਕੰਡਰੀ, ਉਹ ਕੰਪਲੀਟ ਨਹੀਂ ਕਰ ਸਕਦੇ ਉਦੋਂ ਤੱਕ ਉਹਦਾ ਦਾ ਸਟੇਟਸ ਜਿਹੜਾ ਖਤਮ ਹੋ ਗਿਆ, ਜਾਂ ਉਹਨਾਂ ਨੂੰ ਵਾਪਸ ਜਾਣਾ ਪਊਗਾ। ਸੋ ਸਿਚੁਏਸ਼ਨਸ ਬੜੀਆਂ ਕ੍ਰਿਟੀਕਲ ਉਦੋਂ ਹੋ ਜਾਂਦੀਆਂ ਸੀਗੀਆਂ, ਜਿਹੜੀਆਂ ਅਜੇ ਵੀ ਕਈ ਵਾਰੀ ਦੇਖਣ ਨੂੰ ਮਿਲਦੀਆਂ ਜੀ। ਸੋ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਜਿਹੜਾ ਇਹ ਨਵੀਂ ਤਬਦੀਲੀ ਸੀ, ਇਹਨੂੰ ਮੈਂ ਬੜੀ ਵਧੀਆ ਇੱਕ ਅਹਿਮ ਤਬਦੀਲੀ ਮੰਨਦਾ। ਬਟ ਸਟਿਲ ਇੱਥੇ ਕਈ ਇੱਦਾਂ ਦੇ ਸਿਚੁਏਸ਼ਨਸ ਹੈਗੀਆਂ ਨੇ ਕਿ ਜਿੱਥੇ ਪ੍ਰੋਬਲਮ ਫੇਸ ਹੋ ਰਹੀਆਂ ਨੇ ਜੀ। ਤੇ ਜਿਹੜੀ ਤੁਸੀਂ ਇਹ ਨਵੀਆਂ ਤਬਦੀਲੀਆਂ ਦੀ ਗੱਲ ਕੀਤੀ ਆ, ਇਸ ਤਹਿਤ ਤੁਸੀਂ ਦੱਸਿਆ ਵੀ ਇੰਡੀਆ ਤੋਂ ਵੀ ਤੁਸੀਂ ਜਿਹੜੀ ਐਪਲੀਕੇਸ਼ਨ ਲਗਵਾ ਸਕਦੇ ਜੀ। ਹਾਂਜੀ। ਇੱਥੇ ਮੇਰਾ ਸਵਾਲ ਇਹ ਆ ਕਿ ਕੈਨੇਡਾ ਦੇ ਵਿੱਚ ਰਹਿ ਕੇ ਵੀ ਇਹ ਐਪਲੀਕੇਸ਼ਨ ਕੀਤੀ ਜਾ ਸਕਦੀ ਹੈ ਜਾਂ ਨਹੀਂ? ਜਿਹੜਾ ਇਹ ਪ੍ਰੋਗਰਾਮ ਆ ਜਿਹੜਾ ਇਸ ਵੇਲੇ ਚੱਲ ਰਿਹਾ ਜੀ, ਜੇ ਤਾਂ ਕਿਸੇ ਨੇ PR ਦੀ ਤੇ ਵਰਕ ਪਰਮਿਟ ਦੀ ਇਕੱਠੀ ਐਪਲੀਕੇਸ਼ਨ ਲਾਉਣੀ ਹੈ ਓਵਰਸੀਜ਼ ਤੋਂ ਜੀ, ਉਹ ਸਬਮਿਟ ਹੋ ਸਕਦੀ ਹੈ ਓਵਰਸੀਜ਼ ਤੋਂ। ਬਟ ਜੇ ਕਿਸੇ ਵੇਲੇ ਸਿਚੁਏਸ਼ਨ, ਉਹਦਾ ਪ੍ਰੋਸੈਸਿੰਗ ਟਾਈਮ 12 ਮਹੀਨਿਆਂ ਦਾ ਮਿਨੀਮਮ ਜੀ। ਅਗਰ ਅਸੀਂ ਇਹਨੂੰ ਲੈ ਕੇ ਚੱਲੀਏ ਕਿ ਜਿਵੇਂ ਕੈਨੇਡਾ ਦੇ ਵਿੱਚ ਕੋਈ ਵੀ ਪਰਸਨ ਆ, ਤੁਸੀਂ ਹੋ ਜਾਂ ਕੋਈ ਵੀ ਆ, ਤੁਹਾਨੂੰ ਕੇਅਰ ਦੀ ਲੋੜ ਅੱਜ ਹੀ ਆ। ਬਿਲਕੁਲ ਰਾਈਟ। ਐਂਡ ਤੁਸੀਂ ਕੋਈ ਕੈਨੇਡੀਅਨ ਜਿਹੜਾ ਉਹ ਫਾਈਂਡ ਆਊਟ ਨਹੀਂ ਕਰ ਪਾ ਰਹੇ, ਹੁਣ ਉਹ 12 ਮਹੀਨੇ ਦੀ ਜਿਹੜੀ ਵੇਟ ਆ, ਬਿਲਕੁਲ ਉਹ ਤੇ ਨਹੀਂ ਕਰੋਗੇ, ਕਿਉਂਕਿ ਕੇਅਰ ਗਿਵਰ ਦੀ ਜ਼ਰੂਰਤ ਤਾਂ ਅੱਜ ਆ, 12 ਮਹੀਨੇ ਬਾਅਦ ਉਹ ਆਉਂਦਾ। ਤੇ ਸੋ ਉੱਥੇ ਗਵਰਨਮੈਂਟ ਨੇ ਇੱਕ ਪ੍ਰੋਵੀਜ਼ਨ ਰੱਖਿਆ ਕਿ ਵੀ ਅਗਰ ਇਦਾਂ ਦੀ ਸਿਚੁਏਸ਼ਨ ਆ ਜੀ, ਤੁਸੀਂ ਸਟਿਲ ਉਹ ਪੁਰਾਣੇ ਰੂਲ 'ਚ LMIA ਅਪਲਾਈ ਕਰ ਸਕਦੇ ਹੋ ਜੀ। ਪਰ ਤੁਹਾਡਾ ਜਿਹੜਾ ਵਰਕਰ ਆ, ਜਿਹੜਾ ਤੁਸੀਂ ਸਿਲੈਕਟ ਕਰੋਗੇ, ਜਿਹਨੂੰ ਵਰਕ ਪਰਮਿਟ ਲਾਓਗੇ, ਉਹ ਵਿਦਿਨ ਕੈਨੇਡਾ ਹੀ ਹੋਣਾ ਚਾਹੀਦਾ। ਠੀਕ ਹੈ ਜੀ। ਤੇ ਸਟੇਟਸ ਤੇ ਹੋਣਾ ਚਾਹੀਦਾ। ਅੱਛਾ ਜੀ। ਸੋ ਸਟੇਟਸ ਮਤਲਬ ਕੋਈ ਆਊਟ ਆਫ ਸਟੇਟਸ ਵਾਲੀ ਸਿਚੁਏਸ਼ਨ ਨਾ ਹੋਵੇ। ਉਹ ਸਟੂਡੈਂਟ ਹੋ ਸਕਦਾ, ਵਰਕਰ ਹੋ ਸਕਦਾ, ਜਾਂ ਵਿਜ਼ਿਟਰ ਵੀ ਹੋ ਸਕਦਾ। ਹਾਂ। ਸੋ ਉਹਨਾਂ ਨੂੰ ਤੁਸੀਂ ਇਹ ਇੱਕ ਪ੍ਰੋਵੀਜ਼ਨ ਹੈਗੀ ਆ, ਜੇ ਕਿਸੇ ਨੂੰ ਐਮਰਜੈਂਸੀ 'ਚ ਜਾਂ ਕੋਈ ਬੰਦਾ ਇਹਦੀ ਅਵੇਲੇਬਲ ਹੈਗੇ ਨੇ, ਸੋ ਇਹ ਅਪਲਾਈ ਕਰਕੇ ਉਹ ਵਰਕ ਪਰਮਿਟ ਲੈ ਸਕਦੇ ਨੇ ਜੀ। ਭਾਜੀ, ਜਿਹੜਾ ਅਸੀਂ ਕੇਅਰ ਗਿਵਰ ਪ੍ਰੋਗਰਾਮ ਦੀ ਗੱਲਬਾਤ ਕਰ ਰਹੇ ਹਾਂ, ਕਾਫੀ ਅਹਿਮ ਪ੍ਰੋਗਰਾਮ ਆ। ਇਸ ਨਾਲ ਸੰਬੰਧਿਤ ਹੋਰ ਵੀ ਕਾਫੀ ਸਵਾਲ ਨੇ ਜਿਨ੍ਹਾਂ ਦਾ ਅਸੀਂ ਤੁਹਾਡੇ ਕੋਲੋਂ ਜਵਾਬ ਲਵਾਂਗੇ, ਪਰ ਇੱਥੇ ਇੱਕ ਬ੍ਰੇਕ ਦਾ ਸਮਾਂ ਹੋਣ ਵਾਲਾ ਵਾ। ਬ੍ਰੇਕ ਤੇ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨਾਲ ਇੱਕ ਵਾਰੀ ਆਪਣਾ ਸੰਪਰਕ ਨੰਬਰ ਔਰ ਆਪਣੀ ਈਮੇਲ ਉਹ ਜ਼ਰੂਰ ਸਾਂਝੀ ਕਰ ਦਿਓ ਜੀ। ਜ਼ਰੂਰ ਜੀ। ਕੰਟੈਕਟ ਨੰਬਰ ਇਜ਼ 7807098600 ਐਂਡ 780 email ID is admin@careerplus.ca। ਥੈਂਕ ਯੂ। ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਐਡਮਿੰਟਨ ਡਾਇਰੀ, ਔਰ ਬ੍ਰੇਕ ਤੋਂ ਬਾਅਦ ਇਸ ਗੱਲਬਾਤ ਨੂੰ ਅਸੀਂ ਜਾਰੀ ਰੱਖਦੇ ਹਾਂ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਇੱਕ ਵਾਰ ਫਿਰ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਸੀ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੇ ਡਾਇਰੈਕਟਰ ਸਰਦਾਰ ਕਮਲਜੀਤ ਸਿੰਘ ਜੀ ਦੇ ਨਾਲ। ਭਾਜੀ, ਆਪਣੀ ਗੱਲ ਚੱਲ ਰਹੀ ਹੈ ਕੇਅਰ ਗਿਵਰ ਪ੍ਰੋਗਰਾਮ ਦੇ ਨਾਲ। ਹਾਂਜੀ। ਇੱਕ ਮੇਰਾ ਬੜਾ ਅਹਿਮ ਸਵਾਲ ਆ ਕਿ ਜਿਹੜੇ ਸਾਡੇ ਇੱਥੇ ਕੈਨੇਡੀਅਨਸ ਨੇ, ਅਗਰ ਉਹ ਇਹ ਜਿਹੜਾ ਆਪਣਾ ਕੇਅਰ ਗਿਵਰ ਵਰਕ ਪਰਮਿਟ ਲਾਉਣਾ ਚਾਹੁੰਦੇ ਨੇ, ਕਿ ਉਹ ਆਪਣੀਆਂ ਇਮੀਡੀਏਟ ਫੈਮਿਲੀ ਮੈਂਬਰਸ, ਜਿਵੇਂ ਕੋਈ ਕਿਸੇ ਦੀ ਸਿਸਟਰ ਆ, ਬ੍ਰਦਰ ਆ, ਜਾਂ ਹੋਰ ਫੈਮਿਲੀ ਮੈਂਬਰਸ ਆ, ਉਹਨਾਂ ਨੂੰ ਬੁਲਾ ਸਕਦੇ ਨੇ ਜੀ? ਬਹੁਤ ਵਧੀਆ ਸਵਾਲ ਹੈ ਅਗੇਨ ਜੀ, ਕਿਉਂਕਿ ਕਿਸੇ ਵੇਲੇ ਕੁਝ ਇੱਦਾਂ ਦਾ ਹੁੰਦਾ ਹੈ ਕਿ ਅਸੀਂ ਆਪਣੇ ਪੇਰੈਂਟਸ ਵਾਸਤੇ ਜਾਂ ਬੱਚਿਆਂ ਵਾਸਤੇ ਕੋਈ ਟਰਸਟਵਰਦੀ ਪਰਸਨ ਦੇਖਣਾ ਚਾਹੁੰਦੇ ਹਾਂ, ਜਾਂ ਕਿਸੇ ਵੇਲੇ ਉਹਨਾਂ ਦੀਆਂ ਕੰਡੀਸ਼ਨਸ ਇੱਦਾਂ ਦੀਆਂ ਹੁੰਦੀਆਂ ਨੇ, ਹੈਲਥ ਕੰਡੀਸ਼ਨ, ਕਿ ਅਸੀਂ ਚਾਹੁੰਦੇ ਹਾਂ ਕਿ ਵੀ ਸਾਡਾ ਕੋਈ ਕਲੋਜ਼ ਪਰਸਨ ਹੋਵੇ ਜਿਹੜਾ ਉਹ ਚੰਗੇ ਢੰਗ ਨਾਲ ਲੁੱਕ ਆਫਟਰ ਕਰ ਸਕਦਾ, ਬਿਲਕੁਲ ਫੈਮਿਲੀ ਮੈਂਬਰਸ ਵਾਂਗ ਕਰ ਸਕੇ। ਸੋ ਇਹਦਾ ਸਵਾਲ ਹੈ, ਆਨਸਰ ਹੈਗਾ ਜੀ ਯੈਸ ਜੀ, ਕਿ ਵੀ ਅਸੀਂ ਕਈ ਇੱਦਾਂ ਦੀਆਂ ਐਪਲੀਕੇਸ਼ਨਸ ਕੀਤੀਆਂ ਹੋਈਆਂ ਨੇ ਜਿਹਦੇ ਵਿੱਚ
ਰੀਅਲ ਸਿਸਟਰ ਜਿਹੜੀ ਆ ਉਹ ਆਪਣੀ ਲੁੱਕ ਆਫਟਰ ਕਰਨ ਲਈ ਆਈ ਹੋਈ ਆ ਆਪਣੇ ਬ੍ਰਦਰ ਸਿਸਟਰ ਦੇ ਬੱਚਿਆਂ ਨੂੰ ਜਾਂ ਆਪਣੇ ਪੇਰੈਂਟਸ ਨੂੰ। ਇੱਕ ਖੁਦ ਡਾਟਰ ਜਿਹੜੀ ਆ ਉਹ ਐਜ਼ ਏ ਕੇਅਰ ਗਿਵਰ ਆਈ ਹੋਈ ਆ ਆਪਣੇ ਪੇਰੈਂਟਸ ਨੂੰ ਕੇਅਰ ਗਿਵਰ ਕਰਨ ਵਾਸਤੇ ਜੀ। ਇਹਦੇ ਚ ਸਭ ਤੋਂ ਵੱਡੀ ਚੀਜ਼ ਮਨਜੀਤ ਜੀ ਕਿ ਵੀ ਆਈ ਆਲਵੇਜ਼ ਪ੍ਰੈਫਰ ਕਿ ਸਾਰਾ ਕੁਝ ਪ੍ਰੋਪਰਲੀ ਡਿਸਕਲੋਜ਼ ਕਰੋ, ਐਕਸਪਲੇਨ ਕਰੋ। ਸੋ ਜਦੋਂ ਅਸੀਂ ਕੁਛ ਨਾ ਕੁਛ ਇਮੀਗ੍ਰੇਸ਼ਨ ਦੇ ਨਾਲ ਹਾਈਡ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਉਹਨਾਂ ਨੂੰ ਮੈਨੂਪੂਲੇਟ ਕਰਨ ਦੀ ਕੋਸ਼ਿਸ਼ ਕਰਦੇ ਆ, ਉੱਥੇ ਡੈਫੀਨੇਟਲੀ ਪ੍ਰੋਬਲਮ ਆ। ਬਿਲਕੁਲ। ਸੋ ਮੈਂ ਇੱਥੋਂ ਤੱਕ ਕਹਿਣਾ ਚਾਹੂੰਗਾ ਤੁਹਾਨੂੰ ਕਿ ਇੱਕ ਸਿਸਟਰ ਜਿਹੜੀ ਆ ਆਪਣੇ ਸਿਸਟਰ ਦੇ ਬੱਚਿਆਂ ਦੀ ਕੇਅਰ ਗਿਵਰ ਕਰਨ ਲਈ ਆਈ ਆ ਕੈਨੇਡਾ ਦੇ ਵਿੱਚ। ਅਸੀਂ ਉਹਦੀ ਐਪਲੀਕੇਸ਼ਨ ਤੇ ਕੰਮ ਕੀਤਾ, ਜਿਹੜੀ ਕਿ ਆਪਣੀ ਸਿਸਟਰ ਤੋਂ ਸਿਰਫ 1 ਮਿੰਟ ਛੋਟੀ ਹੈ। ਅੱਛਾ ਜੀ, ਰਾਈਟ। ਸਖੇ ਭੈਣ ਭਰਾ ਤੇ ਆਪਾਂ ਕਹਿ ਸਕਦੇ ਆ 1 ਸਾਲ ਦਾ ਕਿੱਦਾਂ, ਉਹ ਟਵਿਨ ਸਿਸਟਰ ਨੇ 2 ਜੀ, ਰਾਈਟ। ਐਂਡ ਉਹ ਆਪਣੀ ਸਿਸਟਰ ਦੇ ਬੱਚਿਆਂ ਲਈ ਕੇਅਰ ਗਿਵਰ ਐਜ਼ ਅ ਕੇਅਰ ਗਿਵਰ ਉਹ ਕੈਨੇਡਾ ਦੇ ਵਿੱਚ ਇਸ ਵੇਲੇ ਬਿਲਕੁਲ ਜੀ ਮਾਸੀ ਮਾਂ ਦੇ ਬਰਾਬਰ ਹੁੰਦੀ ਹੈ। ਬਿਲਕੁਲ। ਸੋ ਬਸ ਉਹੀ ਸੀਗਾ ਕਿ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਕਲੀਅਰਲੀ ਐਕਸਪਲੇਨ ਕੀਤਾ ਕਿ ਵੀ ਰਿਲੇਸ਼ਨਸ਼ਿਪ ਵੀ ਆਪਾਂ ਨੂੰ ਸਾਰਾ ਕੁਝ ਦੱਸਣ ਦੀ, ਮੈਂ ਆਲਵੇਜ਼ ਬਲੀਵ ਕਰਦਾ ਕਿ ਅਪਫਰੰਟ ਦੱਸੋ ਸਾਰਾ ਕੁਝ, ਆਫੀਸਰ ਨੂੰ ਕਲੀਅਰ ਕਰੋ। ਆਫੀਸਰਸ ਰੀਲੀ ਜਿਹੜੇ ਇਮੀਗ੍ਰੇਸ਼ਨ IRCC ਦੇ ਆਫੀਸਰ ਨੇ ਉਹ ਹਰ ਇੱਕ ਚੀਜ਼ ਨੂੰ ਅੰਡਰਸਟੈਂਡ ਕਰਦੇ ਨੇ, ਉਹ ਟ੍ਰੇਨਡ ਨੇ, ਉਹਨਾਂ ਨੂੰ ਪਤਾ ਆ ਰਾਈਟ ਵੀ ਕਿਹੜੀ ਚੀਜ਼ ਕਿੱਦਾਂ ਆ। ਔਰ ਉਹ ਕੰਸੀਡਰ ਕਰਦੇ ਨੇ ਜੇ ਸਾਡੀ ਸਿਚੁਏਸ਼ਨ ਜੈਨੂਅਨ ਹੈ, ਜੇ ਸਾਡੀ ਐਪਲੀਕੇਸ਼ਨ ਜੈਨੂਅਨ ਹੈ। ਸੋ ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਕਿ ਨਹੀਂ ਆ ਸਕਦੇ, ਕੋਈ ਵੀ ਇਮੀਡੀਏਟ ਰਿਲੇਟਿਵ ਜੋ ਕੈਨੇਡਾ ਚ ਆ ਸਕਦਾ ਹੈ ਜੀ। ਇੱਕ ਮੇਰਾ ਹੋਰ ਬੜਾ ਅਹਿਮ ਸਵਾਲ ਆ ਜੀ, ਇੰਡੀਆ ਦੇ ਵਿੱਚ ਨਾ ਕੁਝ ਪ੍ਰੋਗਰਾਮਸ ਨੇ ANM ਤੇ GNM, ਤੁਸੀਂ ਵੀ ਸੁਣੇ ਹੋਣੇ ਆ। ਹਾਂਜੀ। ਇਹ ਪ੍ਰੋਗਰਾਮ ਉੱਥੇ ਕਾਫੀ ਪ੍ਰਚਲਿਤ ਨੇ ਔਰ ਉੱਥੇ ਇਦਾਂ ਦਾ ਇੱਕ ਕਹਿ ਲਓ ਵੀ ਗੱਲਬਾਤ ਵੀ ਚੱਲਦੀ ਰਹਿੰਦੀ ਆ ਵੀ ਇਹਨਾਂ ਨੂੰ ਅਸੀਂ ਹੈਲਥ ਜਿਹੜੇ ਕੇਅਰ ਗਿਵਰ ਪ੍ਰੋਗਰਾਮ ਆ ਉਹਦੇ ਵਿੱਚ ਐਡਜਸਟ ਕਰ ਸਕਦੇ ਹਾਂ। ਕੀ ਉਹਨਾਂ ਦੀ ਐਜੂਕੇਸ਼ਨ, ਕੀ ਉਹਨਾਂ ਦੀ ਐਲੀਜੀਬਿਲਟੀ ਕੇਅਰ ਗਿਵਰ ਪ੍ਰੋਗਰਾਮ ਦੇ ਲਈ ਫਿੱਟ ਬੈਠਦੀ ਹੈ? ਮਨਜੀਤ ਜੀ, ਸਾਨੂੰ ਵੀ ਇਦਾਂ ਦੇ ਬਹੁਤ ਸਾਰੀਆਂ ਕੁਐਰੀਜ਼ ਆਉਂਦੀਆਂ ਨੇ, ਉੱਥੋਂ ਏਜੰਟ ਅਪਰੋਚ ਕਰਦੇ ਨੇ ਕਿ ਵੀ ਅਸੀਂ ਸਾਡੇ ਕੋਲ ਇੰਨੀ ਆ ਕਿ GNM ਆ ਪਰ ਸਾਡੇ ਕੋਲ ਕੋਈ ਪ੍ਰੋਬਲਮ ਆ ਰਹੀ ਆ ਜਾਂ ਹੱਲ ਨਹੀਂ ਹੈਗਾ। ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਇੱਕ ਚਾਨਣਾ ਪਾਉਣਾ ਚਾਹੂੰਗਾ ਕਿ ਕੇਅਰ ਗਿਵਰ ਵਾਸਤੇ ਜਿਹੜੀ ਐਜੂਕੇਸ਼ਨ ਦੀ ਰਿਕੁਆਇਰਮੈਂਟ ਆ ਕੈਨੇਡਾ 'ਚ ਕੀ ਆ। ਸੋ ਮਿਨੀਮਮ 1 ਈਅਰ ਪੋਸਟ ਸੈਕੰਡਰੀ ਐਜੂਕੇਸ਼ਨ ਚਾਹੀਦੀ ਆ। 12ਵੀਂ ਤੋਂ ਬਾਅਦ ਆ 1 ਸਾਲ ਦੀ ਐਜੂਕੇਸ਼ਨ ਜਿਹੜੀ ਕੈਨੇਡਾ ਦੀ 1 ਸਾਲ ਦੀ ਐਜੂਕੇਸ਼ਨ ਦੇ ਇਕੁਅਲ ਹੋਵੇ। ਠੀਕ ਹੈ ਜੀ। ਸੋ ਕਈ ਵੀ ਐਜੂਕੇਸ਼ਨ ਆ, ਜਿਵੇਂ ਕਿਸੇ ਨੇ ਕੋਈ BA ਕੀਤੀ ਆ, B.Ed ਕੀਤੀ ਆ, BSc ਕੀਤੀ, GNM ANM ਕੋਈ ਵੀ ਆ, ਸੋ ਉਹਨੂੰ ਪਹਿਲਾਂ ਕੈਨੇਡਾ ਦੇ ਵਿੱਚ ਕ੍ਰੈਡੈਂਸ਼ੀਅਲ ਅਸੈਸਮੈਂਟ ਇਕੁਅਲੈਂਸੀ ਲੈਣੀ ਪੈਂਦੀ ਆ ਕਿ ਕੈਨੇਡਾ ਦੀ ਇਕੁਅਲ ਕੀ ਆ। ਸੋ ਜਿਹੜੀ GNM ਤੇ ANM ਆ, ਇਹਦੇ 'ਚ ਜਿਹੜੀ ਦਿੱਕਤ ਆ ਰਹੀ ਆ ਇਸ ਵੇਲੇ, ਇੱਕ ਕ੍ਰੈਡੈਂਸ਼ੀਅਲ ਅਸੈਸਮੈਂਟ ਆਰਗੇਨਾਈਜੇਸ਼ਨ ਆ ਵਰਲਡ ਐਜੂਕੇਸ਼ਨ ਸਰਵਿਸਿਜ਼, WES, ਵੈਸ ਕਹਿੰਦੇ ਨੇ ਆਪਾਂ, ਵੈਸ ਜਿਹਨੂੰ ਕਹਿੰਦੇ ਆ, ਵਿਚ ਇਜ਼ ਵੈਰੀ ਕਾਮਨ ਐਂਡ ਬਹੁਤ ਮਸ਼ਹੂਰ ਹੈ। ਬਿਲਕੁਲ। ਅਗਰ ਕਿ ਜੇ ਗੱਲ ਕਰੀਏ ਜਿੱਦਾਂ ਆਪਾਂ ਕਹਿੰਦੇ ਆ ਕੋਕਾ ਕੋਲਾ ਬੋਲੋ ਤੋਂ ਠੰਡਾ ਬੋਲੋ ਤੋਂ ਕੋਕਾ ਕੋਲਾ, ਇਸੇ ਤਰ੍ਹਾਂ ਹੀ ਜੇ ਬੋਲੋ ਕ੍ਰੈਡੈਂਸ਼ੀਅਲ ਅਸੈਸਮੈਂਟ ਤੇ ਕਹਿੰਦੇ ਵੈਸ। ਬਿਲਕੁਲ। ਸੋ ਜਿਹੜੀ ਵੈਸ ਆ WES ਆਰਗੇਨਾਈਜੇਸ਼ਨ, ਉਹ ਮਾਨਤਾ ਨਹੀਂ ਦਿੰਦੀ GNM ਨੂੰ ਤੇ ANM ਨੂੰ। ਠੀਕ ਹੈ ਜੀ। ਤੇ ਜਦੋਂ ਮਾਨਤਾ ਨਹੀਂ ਮਿਲੀ ਤੇ ਉਹ ਸਾਰੇ ਰਸਤੇ ਜਿਹੜੇ ਆ ਉਹ ਬੰਦ ਹੋ ਗਏ ਕਿਉਂਕਿ ਉਹ ਐਪਲੀਕੇਸ਼ਨ ਦੀ ਐਲੀਜੀਬਿਲਿਟੀ ਨਹੀਂ ਪੂਰੀ ਹੋਈ, ਉਹ ਐਪਲੀਕੇਸ਼ਨ ਅੱਗੇ ਚੱਲਣੀ ਨਹੀਂ। ਬਿਲਕੁਲ। ਸੋ ਉਹਨਾਂ ਵਾਸਤੇ ਹੋਰ ਇੱਥੇ ਡਿਫਰੈਂਟ ਆਰਗੇਨਾਈਜੇਸ਼ਨਸ ਹੈਗੀਆਂ ਨੇ ਜਿਹੜੀਆਂ ਅਸੈਸ ਕਰਦੀਆਂ ਨੇ, ਟੋਟਲ 5 ਨੇ। ਸੋ IQUES ਇੱਕ ਆਰਗੇਨਾਈਜੇਸ਼ਨ ਆ, ਰਾਈਟ, ਜਿਹੜੀ ਕਿ ਇਸ ਚੀਜ਼ ਨੂੰ ਅਸੈਸ ਕਰਦੀ ਆ ਐਂਡ ਇਹਨੂੰ ਕੈਨੇਡਾ ਦੀ ਇੱਕ ਐਜੂਕੇਸ਼ਨ ਦੇ ਕੇ ਤੇ ਇਕੁਅਲੈਂਸੀ ਮਿਲਦੀ ਆ, ਰੈਕੋਗਨੀਸ਼ਨ ਮਿਲਦੀ ਆ। ਸੋ ਮੈਂ ਇੱਥੇ ਇਹ ਸਲਾਹ ਦੇਣੀ ਚਾਹੂੰਗਾ ਕਿ ਜਿਹੜੇ ਵੀ GNM ਵਾਲੇ ਜਿਹੜੇ ਕੈਂਡੀਡੇਟਸ ਨੇ ਉਹ ਨਾ ਉਮੀਦ ਨਾ ਹੋਣ। ਅੱਛਾ ਜੀ। ਉਹ ਸਟਿਲ IQUES ਦੇ ਥਰੂ ਆਪਣੀ ਅਸੈਸਮੈਂਟ ਕਰਾ ਕੇ ਤੇ ਐਪਲੀਕੇਸ਼ਨ 'ਚ ਪ੍ਰੋਸੈਸ ਕਰਾ ਸਕਦੇ ਨੇ। ਉਹਦਾ ਯੈਸ ਇੱਕ ਡਰਾਬੈਕ ਹੈਗਾ IQUES ਦਾ ਕਿ ਪ੍ਰੋਸੈਸਿੰਗ ਟਾਈਮ ਜਿਹੜਾ IQUES ਦਾ ਉਹ ਥੋੜਾ ਜਿਹਾ ਲੰਬਾ। ਅੱਜ ਕੱਲ ਸਾਨੂੰ ਆਦਤ ਪਈ ਹੈ ਕਿ ਵੀ ਸਾਰਾ ਕੁਝ ਕੁਇਕ ਜਲਦੀ ਹੋਣਾ ਚਾਹੀਦਾ। ਬਿਲਕੁਲ। ਵੈਸ ਡੈਫੀਨੇਟਲੀ ਉਹਨਾਂ ਦਾ ਪ੍ਰੋਸੈਸਿੰਗ ਟਾਈਮ 2 ਤੋਂ 3 ਮਹੀਨੇ ਆ, ਵੇਅਰ ਐਜ਼ ਦਾ IQUES ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਸਮਵੇਅਰ ਕਲੋਜ਼ ਟੂ 6-7 ਮੰਥਸ। ਠੀਕ ਹੈ ਜੀ। ਬਟ ਸੋਲੂਸ਼ਨ ਉਹ ਜਿਹੜਾ ਹੈ ਉਹ ਰਾਈਟ ਸੋਲੂਸ਼ਨ ਆ। ਬਿਲਕੁਲ ਜੀ। ਸਾਨੂੰ ਤੇ ਚਾਹੀਦਾ ਵੀ ਇੱਕ ਸਹੀ ਤਰੀਕਾ ਹੋਵੇ, ਭਾਵੇਂ ਸਮਾਂ ਵੱਧ ਲੱਗ ਜੇ, ਉਹ ਤੁਹਾਨੂੰ ਇੱਕ ਸਹੀ ਡੈਸਟੀਨੇਸ਼ਨ ਤੇ ਜ਼ਰੂਰ ਲੈ ਕੇ ਜਾਵੇਗਾ। ਜ਼ਰੂਰ ਜੀ। ਐਂਡ ਰਿਜ਼ਲਟ ਜਿਹੜੇ ਉਹ ਮੈਟਰ ਕਰਦੇ। ਬਿਲਕੁਲ। ਹਾਂਜੀ। ਇੱਕ ਹੋਰ ਸਵਾਲ ਆ ਜੀ, ਇਹ ਖਾਸ ਕਰਕੇ ਉਹਨਾਂ ਕੇਅਰ ਗਿਵਰਸ ਦੇ ਲਈ ਆ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ ਜਾਂ ਜਿਨ੍ਹਾਂ ਨੂੰ ਵਰਕ ਪਰਮਿਟ ਮਿਲਿਆ ਹੋਇਆ। ਇਹਨਾਂ ਦੀਆਂ ਕੋਵਿਡ ਕਰਕੇ ਪਰੇਸ਼ਾਨੀਆਂ ਕਾਫੀ ਵਧੀਆਂ ਹੋਈਆਂ ਨੇ। ਪਹਿਲੀ ਗੱਲ ਤੇ ਉਹਨਾਂ ਕੋਲੋਂ ਕੰਮ ਹੈ ਨਹੀਂਗਾ, ਕਿਉਂਕਿ ਕੋਵਿਡ ਦੇ ਹਾਲਾਤਾਂ ਦੇ ਕਰਕੇ ਕਈ ਵਾਰੀ
ਅਸੀਂ ਅਲਾਉ ਨਹੀਂ ਕਰਦੇ ਆਊਟਸਾਈਡਰ ਨੂੰ ਵੀ ਸਾਡੇ ਘਰੇ ਆ ਕੇ ਸਾਡੇ ਬੱਚਿਆਂ ਦੀ ਟੇਕ ਕੇਅਰ ਕਰੋ ਜਾਂ ਬਜ਼ੁਰਗਾਂ ਦੀ ਟੇਕ ਕੇਅਰ ਕਰੋ। ਬਹੁਤ ਸਹੀ ਜੀ, ਹਾਂਜੀ। ਫਿਰ ਇਸ ਕਰਕੇ ਉਹਨਾਂ ਦੇ ਆਵਰਸ ਵੀ ਨਹੀਂ ਪੂਰੇ ਹੋ ਰਹੇ। ਜੇ ਆਵਰਸ ਨਹੀਂ ਪੂਰੇ ਹੋ ਰਹੇ ਤੇ ਫਿਰ ਉਹਨਾਂ ਨੂੰ ਟੈਕਸੇਸ਼ਨ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ। ਰਾਈਟ। ਔਰ ਜੇ ਟੈਕਸੇਸ਼ਨ ਵੀ ਨਹੀਂ ਪੂਰਾ ਹੋ ਰਿਹਾ ਤੇ ਨੈਚੁਰਲੀ ਉਹਨਾਂ ਨੂੰ ਪੀਆਰ ਜਦੋਂ ਐਪਲੀਕੇਸ਼ਨ ਕਰਨੀ ਆ ਉਹ ਵੀ ਦਿੱਕਤਾਂ ਹੋਣਗੀਆਂ। ਜ਼ਰੂਰ ਜੀ, ਹਾਂ। ਔਰ ਕਈ ਇਹੋ ਜਿਹੇ ਸਾਡੇ ਸੱਜਣ ਹੋਣਗੇ, ਦੋਸਤ ਹੋਣਗੇ ਕੇਅਰ ਗਿਵਰ ਵਰਕ ਪਰਮਿਟ ਵਾਲੇ, ਜਿਨ੍ਹਾਂ ਦਾ 2 ਸਾਲ ਦਾ ਜਿਹੜਾ ਵਰਕ ਪਰਮਿਟ ਆ ਉਹ ਕੰਪਲੀਟ ਹੋਣ ਵਾਲਾ ਜਾਂ ਹੋ ਗਿਆ। ਹਾਂਜੀ। ਸੋ ਇਹਨਾਂ ਸਮੱਸਿਆਵਾਂ ਦਾ ਕੀ ਹੱਲ ਆ ਔਰ ਕੀ ਆਪਸ਼ਨਸ ਨੇ ਇਹਨਾਂ ਦੇ ਲਈ? ਮਨਜੀਤ ਜੀ, ਇਹਦੇ ਬਾਰੇ ਕਾਫੀ ਰੂਮਰ ਸੀਗੀਆਂ ਕਿ ਬਈ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਆ ਉਹ ਕਾਊਂਟ ਹੋਊਗਾ ਜੇ ਨਹੀਂ ਵੀ ਕੰਮ ਕਰਦੇ ਜਾਂ ਸਿਚੁਏਸ਼ਨ। ਬਟ ਓਬਵੀਅਸ ਆ ਕਿ ਵੀ ਜੇ EMPLOYER ਘਰ ਬੈਠੇ ਆ ਤੇ ਉਹ ਕੇਅਰ ਗਿਵਰ ਨੂੰ ਕਿਉਂ ਪੇ ਕਰਨਗੇ, ਉਹਨਾਂ ਨੂੰ ਕਿਉਂ ਬੁਲਾਉਣਗੇ, ਰਾਈਟ? ਸੋ ਇਦਾਂ ਦੀਆਂ ਸਰਕਮਸਟੈਂਸਸ ਕਾਫੀਆਂ ਲਈ ਇਹ ਬਣੀਆਂ ਨੇ ਜਿਨ੍ਹਾਂ ਦੇ ਕੁਝ 2 ਮਹੀਨੇ ਦੀ ਲੇ ਆਫ, 3 ਮਹੀਨੇ ਦੀ, ਕਈ 6 ਮਹੀਨੇ ਤੋਂ ਜਿਹੜਾ ਉਹਨਾਂ ਕੋਲ ਕੰਮ ਨਹੀਂ ਹੈਗਾ। ਬਿਲਕੁਲ, ਰਾਈਟ। ਇਸ ਸਿਚੁਏਸ਼ਨ 'ਚ ਮੇਰੀ ਜੋ ਇਮੀਗ੍ਰੇਸ਼ਨ ਦੀ ਗਾਈਡਲਾਈਨ ਆ ਉਹ ਇਹੀ ਕਹਿੰਦੀ ਆ ਕਿ ਵੀ ਜਿੰਨੀ ਤੁਹਾਡੀ ਡਿਊਰੇਸ਼ਨ ਤੁਸੀਂ ਕੰਮ ਨਹੀਂ ਕੀਤਾ ਉਹ ਕਾਊਂਟ ਨਹੀਂ ਹੋਊਗਾ ਜੀ। ਸੋ ਤੁਹਾਨੂੰ ਜਿਹੜਾ ਆ ਉਹ ਉਹਨਾਂ ਆਪਣਾ ਕੰਮ 2 ਸਾਲ ਤੋਂ ਵੱਧ ਜਦੋਂ ਵੀ ਤੁਹਾਡਾ ਵਰਕ ਪਰਮਿਟ ਖਤਮ ਹੁੰਦਾ, ਜਾਂ ਤਾਂ ਤੁਸੀਂ ਨਵੀਂ LMIA ਲੈ ਸਕਦੇ ਹੋ ਜਾਂ ਤੁਸੀਂ ਕਿਸੇ EMPLOYED ਸਟੇਟਸ ਤੇ ਕੰਮ ਕਰਕੇ ਆਪਣੇ ਆਵਰਸ ਜਿਹੜੇ ਆ ਉਹ ਪੂਰੇ ਕਰਕੇ ਸਬਮਿਟ ਕਰ ਸਕਦੇ ਹੋ। ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਸ਼ਾਇਦ ਇਹਦੇ ਉੱਤੇ ਕੋਈ ਨਾ ਕੋਈ ਇਮੀਗ੍ਰੇਸ਼ਨ ਦੀ, ਕਿਉਂਕਿ ਸਾਰੀਆਂ ਦੇ ਉੱਤੇ ਜਿਵੇਂ ਪੋਸਟ ਗ੍ਰੈਡ ਵਰਕ ਪਰਮਿਟ ਸਟੂਡੈਂਟਸ ਦੇ ਉੱਤੇ ਕੁਛ ਨਾ ਕੁਛ ਇਹਨਾਂ ਨੇ ਐਗਜ਼ੰਪਸ਼ਨ ਜਾਂ ਛੋਟ ਦਿੱਤੀ ਆ ਜੀ। ਸੋ ਪੋਸੀਬਿਲਿਟੀ ਹੈ ਕਿ ਇਹਦੇ ਉੱਤੇ ਵੀ ਇੱਦਾਂ ਦਾ ਕੁਛ ਨਾ ਕੁਛ ਨਿਊਜ਼ ਸਾਨੂੰ ਸੁਣਨ ਨੂੰ ਮਿਲ ਸਕਦੀ ਹੈ, ਬਿਕਾਜ਼ ਇਮੀਗ੍ਰੇਸ਼ਨ IRCC ਬਹੁਤ ਉਪਰਾਲਾ ਕਰ ਰਹੀ ਆ ਕਿ ਸਾਰਿਆਂ ਨੂੰ ਅਕਮੋਡੇਟ ਕੀਤਾ ਜਾਵੇ, ਸਾਰਿਆਂ ਨੂੰ ਇੱਕ ਵੱਧ ਤੋਂ ਵੱਧ ਬੈਨੀਫਿਟ ਦਿੱਤਾ ਜਾਵੇ। ਜਿਹੜਾ ਵੀ ਕੋਈ ਸਟਰਗਲ 'ਚ ਆ ਉਹਨੂੰ ਉਹਦੇ ਲਈ ਕੋਈ ਕੁਛ ਨਾ ਕੁਛ ਜਿਹੜੀ ਇੱਦਾਂ ਦੀ ਨਿਊਜ਼ ਲਿਆਂਦੀ ਜਾਵੇ ਤਾਂ ਕਿ ਉਹਦਾ ਸਟ੍ਰੈਸ ਦੂਰ ਹੋਵੇ। ਸੋ ਬਟ ਜਿਹੜਾ ਐਜ਼ ਆਫ ਨਾਓ ਆ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਆ ਉਹ ਕੰਪਲੀਟ ਆਵਰਸ ਜਿਹੜੇ ਉਹ ਕਰਨੇ ਪੈਣੇ ਆ। ਇਹਦੇ 'ਚ ਇੱਕ ਚੀਜ਼ ਹੈਗੀ ਹੈ, ਜਦੋਂ ਇਹਨਾਂ ਦੀ PR ਦੀ ਐਪਲੀਕੇਸ਼ਨ ਲੱਗ ਜਾਂਦੀ ਹੈ, ਸਬਮਿਟ ਕਰ ਦਿੰਦੇ ਨੇ, ਸੋ ਉਦੋਂ ਇਹ ਨਾਲ ਦੇ ਨਾਲ ਆਪਣੀ ਵਰਕ ਪਰਮਿਟ ਦੀ ਐਕਸਟੈਂਸ਼ਨ ਵੀ ਸਬਮਿਟ ਕਰ ਸਕਦੇ ਨੇ, ਜਿਹੜਾ ਇਹਨਾਂ ਨੂੰ EMPLOYED ਸਟੇਟਸ 'ਚ ਲੈ ਆਉਂਦਾ ਅਗਰ ਇਹਨਾਂ ਦੇ ਟਾਈਮ ਪੂਰਾ ਹੈਗਾ ਹੈ। ਉਹ ਐਕਸਟੈਂਸ਼ਨ ਕਿੰਨਾ ਕੁ ਮਿਲ ਜਾਂਦਾ ਜਦੋਂ ਅਪਲਾਈ ਕਰਦੇ ਆਪਾਂ? ਜਦੋਂ ਜਿਹੜੀ ਐਕਸਟੈਂਸ਼ਨ ਆ ਉਹ ਡਿਪੈਂਡ ਕਰਦਾ PR ਦੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਦੇ ਉੱਤੇ। ਸੋ ਸਾਡੇ ਜਿਹੜੇ ਪਿਛਲਾ ਰੈਕਡ ਆ ਦੇਖਣ 'ਚ ਆਇਆ ਉਹਦੇ ਅਕੋਰਡਿੰਗਲੀ ਜਿਹੜੀ 1 ਸਾਲ ਦੀ ਜਿਹੜੀ ਆ ਇਹਨਾਂ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ, ਜਿਹਦੇ ਵਿੱਚ ਇਹਨਾਂ ਦੀ PR ਦੀ ਐਪਲੀਕੇਸ਼ਨ ਜਿਹੜੀ ਆ ਉਹਦੀ ਪ੍ਰੋਸੈਸਿੰਗ ਕੰਪਲੀਟ ਹੋ ਜਾਂਦੀ ਹੈ। ਠੀਕ ਹੈ ਜੀ, ਠੀਕ ਹੈ। ਸੋ ਅਗਰ ਉਹ 1 ਸਾਲ 'ਚ ਨਹੀਂ ਹੁੰਦੀ, ਉਹ ਫਰਦਰ 1 ਸਾਲ ਹੋਰ ਆਪਾਂ ਬ੍ਰਿਜਿੰਗ ਓਪਨ ਵਰਕ ਪਰਮਿਟ ਜਿਹੜੀ ਐਕਸਟੈਂਸ਼ਨ ਜਿਹੜੀ ਉਹ ਲੈ ਸਕਦੇ ਹਾਂ ਜੀ। ਇਹਦੇ 'ਚ ਇੱਕ ਹੋਰ ਬੜਾ ਇੱਕ ਇਹੀ ਪ੍ਰੋਗਰਾਮ ਆ ਜਿਹਦੇ ਵਿੱਚ ਇੱਕ ਆਪਸ਼ਨ ਜਾਂ ਅਪਰਚੁਨਿਟੀ ਕਹਿ ਲਓ ਅਵੇਲੇਬਲ ਆ ਕੈਨੇਡਾ ਦੇ ਵਿੱਚ। ਬਾਕੀ ਕੋਈ ਵੀ ਫੋਰਨ ਨੈਸ਼ਨਲ ਆ, ਕੋਈ ਵਰਕ ਪਰਮਿਟ ਤੇ ਸਟੂਡੈਂਟ ਆ, ਸੋ ਉਹ ਰੈਸਟੋਰੇਸ਼ਨ ਦੇ ਉੱਤੇ ਆਪਣੀ ਵਰਕ ਪਰਮਿਟ ਦੀ ਐਕਸਟੈਂਸ਼ਨ ਨਹੀਂ ਪਾ ਸਕਦੇ। ਠੀਕ ਹੈ ਜੀ। ਜਦੋਂ ਉਹਨਾਂ ਦਾ ਸਟੇਟਸ ਖਤਮ ਹੋ ਗਿਆ ਤੇ ਜਿਹੜਾ 90 ਦਿਨਾਂ ਦਾ ਰੈਸਟੋਰੇਸ਼ਨ ਪੀਰੀਅਡ ਹੁੰਦਾ ਉਹਦੇ 'ਚ ਆਪਣੀ ਬ੍ਰਿਜਿੰਗ ਐਕਸਟੈਂਸ਼ਨ ਨਹੀਂ ਪਾ ਸਕਦੇ, ਬ੍ਰਿਜਿੰਗ ਓਪਨ ਵਰਕ। ਅੱਛਾ ਜੀ। ਸੋ ਨਾ ਤਾਂ ਕੋਈ ਸਟੂਡੈਂਟ ਪੋਸਟ ਗ੍ਰੈਡ ਵਰਕ ਪਰਮਿਟ ਲਈ ਪਾ ਸਕਦਾ ਆ, ਨਾ ਹੀ ਕੋਈ ਜਿਹੜਾ ਆਲਰੇਡੀ ਕਿਸੇ ਕੋਈ ਵਰਕ ਪਰਮਿਟ ਤੇ ਸੀਗਾ ਉਹਨੇ PR ਫਾਈਲ ਲੱਗੀ ਹੋਈ ਆ ਤੇ ਬ੍ਰਿਜਿੰਗ ਐਕਸਟੈਂਸ਼ਨ ਪਾਉਣੀ ਆ। ਸਿਰਫ ਤੇ ਸਿਰਫ ਇੱਕ ਕੇਅਰ ਗਿਵਰ ਹੀ ਇੱਕ ਇਹੋ ਜਿਹਾ ਪ੍ਰੋਗਰਾਮ ਆ ਜਿਹਦੇ ਵਿੱਚ ਈਵਨ ਜਿਹੜਾ ਕੇਅਰ ਗਿਵਰ ਆ ਉਹ ਰੈਸਟੋਰੇਸ਼ਨ ਪੀਰੀਅਡ 'ਚ ਐਂਟਰ ਕਰ ਗਿਆ, ਰਾਈਟ? ਉਹਦੇ 2 ਸਾਲ ਜਿੱਦਣ ਪੂਰੇ ਹੋਣੇ ਸੀ ਉਦਣ ਹੀ ਉਹਦਾ ਐਕਸਪੀਰੀਅੰਸ ਹੋਇਆ, PR ਦੀ ਫਾਈਲ ਨਹੀਂ ਲੱਗ ਸਕੀ। ਅੱਛਾ ਜੀ। ਲੇਕਿਨ ਉਹ ਅਗਲੇ ਦਿਨ PR ਦੀ ਫਾਈਲ ਜਦੋਂ ਅਗਲੇ ਦਿਨ PR ਜਦੋਂ 2 ਸਾਲ ਐਕਸਟੈਂਸ਼ਨ ਖਤਮ ਹੋਣ, ਵਰਕ ਪਰਮਿਟ ਖਤਮ ਹੋਣ ਤੋਂ ਬਾਅਦ ਲਾਉਂਦੇ ਨੇ, ਸਟਿਲ ਉਹਨਾਂ ਲਈ ਇੱਕ ਇਹੋ ਜਿਹੀ ਪ੍ਰੋਵੀਜ਼ਨ ਰੱਖੀ ਹੋਈ ਹੈ ਕਿ ਉਹ ਆਪਣੇ ਰੈਸਟੋਰੇਸ਼ਨ ਦੇ ਪੀਰੀਅਡ ਦੇ ਦੌਰਾਨ ਆਪਣੀ ਜਿਹੜੀ ਬ੍ਰਿਜਿੰਗ ਓਪਨ ਵਰਕ ਪਰਮਿਟ ਲਾ ਸਕਦੇ ਨੇ, ਐਲੀਜੀਬਲ ਨੇ। ਉਹਦਾ ਹੁਣ ਜਿਹੜਾ ਇਸ ਵੇਲੇ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਕੇਅਰ ਗਿਵਰ ਇਸ ਵਰਡਸ ਤੇ ਹੈਗੇ ਨੇ, ਜਿਵੇਂ ਕਿ ਇਹ ਜਿਹੜਾ ਇੱਕ ਹੁਣ ਇਸ ਵੇਲੇ ਕੋਵਿਡ ਦੇ ਚੱਲਦਿਆਂ ਇੱਕ ਪ੍ਰੋਵੀਜ਼ਨ ਆ, ਰੈਸਟੋਰੇਸ਼ਨ ਪੀਰੀਅਡ ਜਿਹੜਾ ਆ ਉਹਨੂੰ ਵਧਾ ਕੇ 90 ਦਿਨਾਂ ਤੋਂ ਉਹ August 31, 2021 ਤੱਕ ਕਰਤਾ ਗਿਆ ਕਿ ਜਿਵੇਂ 7-8 ਮਹੀਨੇ ਜਿਹੜੇ ਹੈਗੇ ਨੇ। ਸੋ ਮੰਨ ਲਓ ਕੋਈ ਕੇਅਰ ਗਿਵਰ ਆ ਜਿਹਦੀ ਰਿਕੁਆਇਰਮੈਂਟ ਤਾਂ ਪੂਰੀ ਹੋ ਗਈ, ਉਹਨੇ PR ਦੀ ਫਾਈਲ ਜਿਹੜੀ ਆ ਉਹ ਥੋੜੀ ਜਿਹੀ ਲੇਟ ਹੋ ਗਈ, ਮੰਨ ਲਓ ਆਈਲੈਟਸ ਕਰਕੇ ਜਾਂ ਉਹਦੇ ਕ੍ਰੈਡੈਂਸ਼ੀਅਲ ਅਸੈਸਮੈਂਟ ਨਹੀਂ ਆਏ, ਰਾਈਟ? ਸੋ ਉਹ ਇਸ ਦੌਰਾਨ ਅਗਰ ਇਹ 8 ਮਹੀਨਿਆਂ ਦੇ ਵਿੱਚ ਵੀ PR ਦੀ ਫਾਈਲ ਲਾ ਕੇ ਸਟਿਲ ਉਹਦੇ ਕੋਲ ਟਾਈਮ ਹੋਊਗਾ, ਉਹਦੇ ਕੋਲ ਇਹ ਅਪਰਚੁਨਿਟੀ ਹੋਊਗੀ ਕਿ ਉਹ ਆਪਣੇ ਜਿਹੜੀ ਐਕਸਟੈਂਸ਼ਨ ਬਿਨਾਂ LMIA ਲਏ ਬ੍ਰਿਜਿੰਗ ਓਪਨ ਵਰਕ ਪਰਮਿਟ ਹੈ ਉਹ ਅਪਲਾਈ ਕਰ ਸਕਦਾ ਤੇ ਆਪਣਾ ਸਟੇਟਸ ਜਿਹੜਾ ਹੈ ਉਹ ਕੈਨੇਡਾ 'ਚ ਮੇਨਟੇਨ ਕਰ ਸਕਦਾ ਉਹਨਾਂ ਚਿਰ ਜਿੰਨਾ ਚਿਰ ਉਹਦੀ PR ਪ੍ਰੋਸੈਸ ਹੋ ਰਹੀ ਆ, ਉਹ ਲੀਗਲੀ
ਕਿਤੇ ਵੀ ਕੰਮ ਕਰ ਸਕਦਾ। ਠੀਕ ਹੈ ਜੀ। ਸੋ ਵਿਚ ਆਈ ਫੀਲ ਇਜ਼ ਵਨ ਆਫ ਦਾ ਬੈਸਟ ਪ੍ਰੋਵੀਜ਼ਨ। ਨਹੀਂ, ਕਾਫੀ ਅੱਛਾ ਇੱਕ ਓਪਰਚੁਨਿਟੀ ਹੈ ਜੀ ਉਹਨਾਂ ਵਾਸਤੇ। ਹਾਂਜੀ। ਤੇ ਇੱਕ ਹੋਰ ਸਵਾਲ ਹੈ ਜੀ, ਜਿਹੜੇ ਕੇਅਰ ਗਿਵਰ ਨੇ ਉਹਨਾਂ ਵਾਸਤੇ ਪਹਿਲਾਂ ਇੱਕ ਪ੍ਰੋਵੀਜ਼ਨ ਹੁੰਦੀ ਸੀ ਕਿ ਉਹਨਾਂ ਨੂੰ, ਜਿਨ੍ਹਾਂ ਨੂੰ ਕੇਅਰ ਦੇ ਰਹੇ ਆ, ਉਹਨਾਂ ਦੇ ਘਰੇ ਸਟੇ ਕਰਨਾ ਪੈਂਦਾ ਸੀ। ਰਾਈਟ ਜੀ। ਕੀ ਅੱਜ ਜਿਹੜੀ ਇਹ 2019 ਤੋਂ ਬਾਅਦ ਚੇਂਜਸ ਹੋਈਆਂ ਨੇ ਉਹਦੇ ਵਿੱਚ ਵੀ ਸੇਮ ਪ੍ਰੋਵੀਜ਼ਨ ਹੈ ਜਾਂ ਕੋਈ ਬਦਲਾਅ ਆਇਆ ਜੀ? ਜਿਹੜਾ ਕੈਨੇਡਾ ਦਾ ਕੇਅਰ ਗਿਵਰ ਪ੍ਰੋਗਰਾਮ ਹੈ, ਇਹਦੇ ਵਿੱਚ ਕਾਫੀ ਜ਼ਿਆਦਾ ਚੇਂਜਸ ਹੋਈਆਂ ਨੇ ਪਿਛਲੇ ਇੱਕ ਡਿਕੇਡ ਦੀ ਗੱਲ ਕਰੀਏ ਅਸੀਂ ਤਾਂ। ਇਸ ਪ੍ਰੋਗਰਾਮ ਨੂੰ ਅੱਜ ਤੋਂ 5 ਸਾਲ ਪਹਿਲਾਂ ਕਿਹਾ ਜਾਂਦਾ ਸੀ ਲਿਵ ਇਨ ਕੇਅਰ ਗਿਵਰ ਜੀ। ਸੋ ਲਿਵ ਇਨ ਕੇਅਰ ਗਿਵਰ ਤੋਂ ਭਾਵ ਜਿਵੇਂ ਕਿ ਇਹਦੀ ਡੈਫੀਨੇਸ਼ਨ ਹੀ ਇਹ ਹੈ ਕਿ ਤੁਸੀਂ ਲਿਵ ਇਨ ਰਹਿ ਕੇ ਕੇਅਰ ਪ੍ਰੋਵਾਈਡ ਕਰ ਸਕਦੇ ਹੋ। ਜਿਸ ਪ੍ਰੋਗਰਾਮ ਨੂੰ ਚੇਂਜ ਕਰਕੇ ਇਨ ਹੋਮ ਕੇਅਰ ਗਿਵਰ ਬਣਾ ਦਿੱਤਾ ਗਿਆ ਸੀਗਾ, ਕਿਉਂਕਿ ਇਹਦੇ 'ਚ ਕਾਫੀ ਸਾਰੀਆਂ ਸੈਕਸੁਅਲ ਅਬਿਊਜ਼ ਜਾਂ ਹਰਾਸਮੈਂਟ ਦੇ ਕੇਸਿਸ ਜਿਹੜੇ ਸਾਹਮਣੇ ਆਏ ਸੀਗੇ ਕਿ ਜਦੋਂ ਕੇਅਰ ਗਿਵਰ ਪ੍ਰੋਵਾਈਡ ਕਰ ਰਹੀ ਹੈ ਜਿਹੜੀ ਲੜਕੀ, ਉਹ ਘਰ 'ਚ ਹੀ ਰਹਿੰਦੀ ਆ ਜੀ। ਸੋ ਉਹਦੇ ਕੋਲ ਹੋਰ ਕੋਈ ਮਤਲਬ ਰਿਸੋਰਸਿਸ ਨਹੀਂ ਹੈਗੇ, ਉਹਦੇ ਨਾਲ ਅਗਰ ਕੋਈ ਬਦਸਲੂਕੀ ਹੁੰਦੀ ਆ ਜਾਂ ਕੁਝ ਗਲਤ ਹੁੰਦਾ ਆ, ਸੋ ਉਹਦੇ ਕੋਲ ਕੋਈ ਆਪਸ਼ਨ ਨਹੀਂ ਹੁੰਦੀ ਕਿਤੇ ਜਾਣ ਦੀ। ਸੋ ਜਦੋਂ ਫਿਰ ਇੱਕੋ ਘਰ 'ਚ ਰਹਿੰਦੇ ਹੋਣ, ਇਦਾਂ ਦੇ ਕਿਸੇ ਵੇਲੇ ਸਰਕਮਸਟੈਂਸਸ ਬਣ ਜਾਂਦੇ ਨੇ, ਰਾਈਟ। ਮਾਨਸਿਕ ਤੇ ਸਰੀਰਕ ਸ਼ੋਸ਼ਣ ਦੇ ਕਾਫੀ ਕੇਸਿਸ ਆਉਂਦੇ ਰਹੇ ਨੇ, ਕਾਫੀ ਕੇਸਿਸ ਇਦਾਂ, ਜਿਹਦੇ ਕਰਕੇ ਉਹ ਬਦਲਾ ਕੇ ਸੋ ਉਹ ਜਿਹੜਾ ਸੀਗਾ ਇਨ ਹੋਮ ਕੇਅਰ ਗਿਵਰ ਕਰਤਾ ਸੀਗਾ ਕਿ ਘਰ 'ਚ ਸਿਰਫ ਕੇਅਰ ਪ੍ਰੋਵਾਈਡ ਕਰਨ ਲਈ ਜਾਣਾ, ਕੰਮ ਕਰਨ ਲਈ, ਉਸ ਤੋਂ ਬਾਅਦ ਤੁਸੀਂ ਵਾਪਸ ਆ ਜਾਣਾ, ਉਹਦੇ ਘਰ ਸਟੇ ਨਹੀਂ ਕਰ ਸਕਦੇ ਆਪਣੇ EMPLOYER ਦੇ। ਬਟ ਸਟਿਲ ਕੁਛ ਇਦਾਂ ਦੇ ਸਰਕਮਸਟੈਂਸਸ ਹੁੰਦੇ ਨੇ ਜਿੱਥੇ ਕਿ ਕੋਈ ਮੈਂਟਲੀ ਡਿਸੇਬਿਲਿਟੀ ਆ ਜਾਂ ਕੁਛ ਡਾਕਟਰਸ ਦੀ ਨੋਟ ਨੇ ਕਿ ਰਿਕੁਆਇਰਡ ਆ ਕਿ ਵੀ 24/7 ਕੋਈ ਸੁਪਰਵਿਜ਼ਨ 'ਚ ਰਹਿਣਾ ਆ, ਰਾਈਟ। ਸੋ ਇਹੋ ਜਿਹੇ ਕੇਸਿਸ ਦੇ ਵਿੱਚ ਆਪਾਂ ਨੂੰ ਪਰਮਿਸ਼ਨ ਜਿਹੜੀ ਆ ਉਹ ਮਿਲ ਜਾਂਦੀ ਆ ਜੀ। ਬਟ ਦੈਟ ਹੈਜ਼ ਟੂ ਬੀ ਵਿਦ ਡਾਕੂਮੈਂਟਸ, ਡਾਕਟਰਸ ਦੀ ਲੈਟਰਸ, ਐਂਡ ਉਹ ਸਰਵਿਸ ਕੈਨੇਡਾ ਤੋਂ ਪ੍ਰੋਪਰ ਜਿਹੜੀ ਉਹਦੀ ਪਰਮਿਸ਼ਨ ਅਪਰੂਵ ਹੋਈ ਹੋਣੀ ਚਾਹੀਦੀ ਆ, ਤਾਂ ਹੀ ਉਹ ਕੇਅਰ ਗਿਵਰ ਨੂੰ ਘਰ 'ਚ ਰੱਖ ਸਕਦੇ ਨੇ। ਅਦਰਵਾਈਜ਼ ਇਹ ਜਿਹੜੀ ਆ ਪ੍ਰੋਗਰਾਮ ਆ, ਇਹ ਹੁਣ ਇਸ ਵੇਲੇ ਨਹੀਂ ਅਲਾਉ ਕਰਦਾ ਕਿ ਕੇਅਰ ਗਿਵਰ ਘਰ ਦੇ ਵਿੱਚ ਰਹੇ। ਸੋ ਕਹਿਣ ਦਾ ਮਤਲਬ ਕਿ IRCC ਜਿਹੜੀ ਆ ਉਹ ਕੇਅਰ ਗਿਵਰਸ ਦੀ ਸਹੂਲਤ ਵਾਸਤੇ ਜੋ ਉਹਨਾਂ ਦੇਖਿਆ ਵੀ ਤਕਲੀਫਾਂ ਆ ਰਹੀਆਂ ਨੇ, ਉਹਨਾਂ ਨੂੰ ਸੋਲਵ ਕਰਨ ਲਈ 2019 ਤੋਂ ਬਾਅਦ ਕਾਫੀ ਪੋਜ਼ਿਟਿਵ ਚੇਂਜਸ ਕੀਤੇ ਗਏ ਨੇ। ਯੈਸ, ਪਿਛਲੇ ਆਲਮੋਸਟ ਇੱਕ ਡਿਕੇਡ ਤੋਂ ਕਾਫੀ ਇਹਦੇ ਵਿੱਚ ਪ੍ਰੋਗਰਾਮ 'ਚ ਤਬਦੀਲੀ ਲਿਆਂਦੀ ਗਈ ਆ, ਹਰ ਇੱਕ ਮੱਦੇ ਨਜ਼ਰ ਰੱਖਦੇ ਹੋਏ। EMPLOYER ਲਈ ਵੀ ਕਾਫੀ ਜ਼ਿਆਦਾ ਸੁਖਾਲਾ ਕਰਤਾ ਆ, EMPLOYEE ਲਈ ਵੀ, ਐਂਡ ਇਹਨਾਂ ਦੇ PR ਲਈ, ਐਂਡ ਜਿਹੜੇ ਕੋਈ ਐਕਸਪਲੋਇਟੇਸ਼ਨ ਆ ਉਹਨੂੰ ਖਤਮ ਕਰਨ ਲਈ। ਸੋ ਬਹੁਤ ਹੀ ਵਧੀਆ ਇਮੀਗ੍ਰੇਸ਼ਨ ਨੇ ਇਹਦੇ ਵਿੱਚ ਸਟੈਪ ਜਿਹੜੇ ਉਹ ਲਿਆਂਦੇ ਨੇ। ਜਿਹੜਾ ਹੁਣ ਵੀ ਜਿਹੜਾ ਕੇਅਰ ਗਿਵਰ ਦਾ ਪ੍ਰੋਗਰਾਮ ਆ, that's a very good program। ਜੇ ਵੀ ਕੋਈ ਕੇਅਰ ਗਿਵਰ ਵਾਸਤੇ ਅਪਲਾਈ ਕਰਨਾ ਚਾਹੁੰਦਾ ਆ ਜਾਂ ਆਪਣੀ ਇੱਥੇ ਕਿਸੇ ਦੇ ਲੁੱਕ ਆਫਟਰ ਕਰਨ ਵਾਸਤੇ ਕੋਈ ਕੈਨੇਡੀਅਨ ਕੇਅਰ ਗਿਵਰ ਹਾਇਰ ਕਰਨੇ ਚਾਹੁੰਦੇ ਨੇ, ਸੋ ਉਹ ਇਸ ਚੀਜ਼ ਦਾ ਬੈਨੀਫਿਟ ਲੈ ਸਕਦੇ ਨੇ। ਐਂਡ ਆਈ ਬਿਲੀਵ ਦਿਸ ਇਜ਼ ਗੁੱਡ ਪ੍ਰੋਗਰਾਮ। ਕਵਲਜੀਤ ਭਾਜੀ, ਵਾਕਈ ਇਹ ਜਿਹੜਾ ਮੁੱਦਾ ਸੀਗਾ ਬਹੁਤ ਅਹਿਮ ਮੁੱਦਾ ਸੀ, ਕੇਅਰ ਗਿਵਰ ਦੀਆਂ ਕੀ ਸਮੱਸਿਆਵਾਂ ਨੇ ਔਰ ਕੀ ਰਿਕੁਆਇਰਮੈਂਟ ਨੇ, ਔਰ ਖਾਸ ਕਰਕੇ ਕੋਵਿਡ ਦੇ ਸਮੇਂ ਦੇ ਵਿੱਚ ਕੀ ਦਿੱਕਤਾਂ ਆ ਰਹੀਆਂ ਨੇ, ਕੀ ਸੋਲਿਊਸ਼ਨਸ ਨੇ। ਤੁਸੀਂ ਬਹੁਤ ਵਧੀਆ ਤਰ੍ਹਾਂ ਨਾਲ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ, ਕਾਫੀ ਇਨਫੋਰਮੇਟਿਵ ਸੈਸ਼ਨ ਸੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਇਹ ਸਨ ਸਰਦਾਰ ਕਵਲਜੀਤ ਸਿੰਘ, ਜਿਹੜੇ ਕਿ ਕੈਰੀਅਰ ਪਲੱਸ ਇਮੀਗ੍ਰੇਸ਼ਨ ਦੇ ਡਾਇਰੈਕਟਰ ਹਨ, ਔਰ ਅੱਜ ਉਹਨਾਂ ਨੇ ਕੇਅਰ ਗਿਵਰ ਪ੍ਰੋਗਰਾਮ ਦੇ ਉੱਪਰ ਬੜੀ ਸੋਹਣੀ ਚਰਚਾ ਕੀਤੀ ਸਾਡੇ ਨਾਲ। ਆਸ ਕਰਦੇ ਹਾਂ ਕਿ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਵੇਗੀ। ਆਉਣ ਵਾਲੇ ਐਪੀਸੋਡਸ ਦੇ ਵਿੱਚ ਇਮੀਗ੍ਰੇਸ਼ਨ ਦੇ ਹੋਰ ਵੱਖ-ਵੱਖ ਮੁੱਦਿਆਂ ਉੱਪਰ ਗੱਲਬਾਤ ਲੈ ਕੇ ਹਾਜ਼ਰ ਰਹਾਂਗੇ, ਔਰ ਮੈਨੂੰ ਮਨਜੀਤ ਸਿੰਘ ਫਿਰੋਮਾਨ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।